बहुत सारे बीजेपी के लीडर ये कह रहे हैं कि उत्थे ਤਾਂ ਪਾਰਟੀਆਂ ਕਰਨਗੇ ਨੇ ਕਿਸਾਨ। ਇਹ ਇਹਨਾਂ ਸਵਾਲਾਂ ਦੇ ਜਵਾਬ ਉਹ ਲੋਕ ਦਿੰਦੇ ਆ ਜਿਨ੍ਹਾਂ ਨੂੰ ਆਪਦੀ ਹੋਂਦ ਦਾ ਡਰ ਹੋਵੇ ਜਾਂ ਆਪਦੀ ਹੋਂਦ ਲਈ ਸ਼ੱਕੀ ਹੋਣ ਜਿਹੜੇ ਲੋਕ। ਤਾਂ ਹੁਣ ਇੱਥੇ ਐਡੀ ਸੋਹਣੀ ਵਹਿਦਾ ਹੈ, ਚੜ੍ਹਦੀ ਕਲਾ ਵਾਲੀ ਵਹਿਦਾ ਹੈ ਹਨਾ, ਸਾਰੇ ਭਾਈਚਾਰੇ ਇਕੱਠੇ ਹੈ। ਇਹ ਰੱਬ ਦੇ ਖਿਡਾਰੀ ਛੇਤੀ ਕਰਿਓ ਹਾਰ ਦੇ, ਰੱਬ ਦੇ ਖਿਡਾਰੀ ਛੇਤੀ ਕਰਿਓ ਹਾਰ ਦੇ। ਇਹ ਅੰਦੋਲਨ ਜਿੱਤਣ ਤੋਂ ਬਾਅਦ ਮੈਂ ਦਾਅਵੇ ਨਾਲ ਕਰ ਸਕਦਾ, ਦਾਅਵੇ ਨਾਲ ਇਹ ਗੱਲ ਕਹਿਣਾ, ਅਗਲਾ ਅੰਦੋਲਨ EVM ਮਸ਼ੀਨ ਤੇ ਹੋ। ਜੇ ਹੁਣ NIA ਦੀ ਗੱਲ ਕਰਦੇ ਆ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਨਾ, ਉਹ ਵੀ ਇਨਵੈਸਟੀਗੇਟ ਕਰਨਗੀ ਨਾ ਵੀ ਕੌਣ ਸਹੀ ਆ ਕੌਣ ਗਲਤ। ਅਸੀਂ ਤਿੰਨੇ ਵੀ ਜਿਹੜੇ ਭਰਾ ਬੈਠੇ ਆ ਨਾ, ਅਸੀਂ ਤਿੰਨੇ ਵੀ ਇੱਥੋਂ ਹੁਣ ਚਲੇ ਜਾਈਏ ਔਰ ਇੱਕ ਦਿਨ ਵੀ ਮੋਰਚੇ 'ਚ ਨਾ ਆਈਏ, ਮਾਸਾ ਹੀ ਫਰਕ ਨਹੀਂ ਪੈਣਾ ਅੰਦੋਲਨ। ਜਿਹੜੀਆਂ ਕੰਟਰੀਜ਼ ਨੇ EVM ਬਣਾਈ ਹੈ, ਜਦੋਂ ਉਹ ਉਹਨਾਂ ਨਾਲ ਇਲੈਕਸ਼ਨ ਨਹੀਂ ਕਰਾਉਂਦੇ ਪਰ ਅਸੀਂ ਕਿਉਂ? ਕਿ ਜਿਹਦਾ ਹੋਣ ਦੀਆਂ ਅਸੀਂ ਦਾਅਵੇਦਾਰੀਆਂ ਕਰ ਰਹੇ ਹਾਂ ਨਾ, ਸਦੀਆਂ ਤੋਂ ਕਰ ਰਹੇ ਹਾਂ। ਇਹ ਕਲਾ ਉਸੇ ਦੀ ਵਰਤਾਈ ਵੀ ਹੈ। ਇਹ ਕਲਾ ਉਹ ਵੱਖਰੀ ਗੱਲ ਆ, ਅਸੀਂ ਇੱਥੇ ਲੜਾਈ ਲੜਨ ਵਾਸਤੇ ਆਏ ਹਾਂ, ਇੱਕ ਵਿਚਾਰਾਂ ਦੀ ਲੜਾਈ ਲੜਨ ਵਾਸਤੇ ਆਏ ਹਾਂ। ਪਰ ਆਹ ਕਲਾ ਜਿਹੜੀ ਵਰਤੀ ਹੈ, ਕਰਮਾਂ ਵਾਲੇ ਹੋ ਜਿਹੜੇ ਇਹ ਕਲਾ ਵਰਤਦੀ ਦੇਖ ਰਹੇ ਹੋ। ਆਹ ਜਿਹੜੇ ਗੀਤ ਆਏ ਆ ਨਾ ਇਸ ਅੰਦੋਲਨ ਨੂੰ ਲੈ ਕੇ, 125 ਗੀਤ ਆ ਗਿਆ ਬਾਈ ਇਸ ਅੰਦੋਲਨ ਨੂੰ ਲੈ ਕੇ 4 ਮਹੀਨਿਆਂ 'ਚ 125 ਗੀਤ। ਉਹਨਾਂ ਗੀਤਾਂ ਦਾ ਅਸਰ ਹੈ ਜਿਹੜਾ ਅਸੀਂ ਪੰਜਾਬ ਦੇ ਪੁੱਤ ਹੋਣ ਦੇ ਨਾਂ ਤੇ ਸਾਡਾ ਫਰਜ਼ ਬਣਦਾ ਸੀਗਾ, ਅਸੀਂ ਨਿਭਾ ਰਹੇ ਹਾਂ, ਅਸੀਂ ਨਿਭਾਉਂਦੇ ਰਹਾਂਗੇ। ਉਹਦੇ ਵਾਸਤੇ ਜਦੋਂ ਇੱਕ ਐਡਾ ਅੰਦੋਲਨ ਚੱਲਦਾ ਨਾ, ਜਿਹਦੇ ਵਿੱਚ ਇਹ ਤਾਂ ਹੈ ਨਹੀਂ ਵੀ DC ਦਾ ਦਫ਼ਤਰ ਘੇਰਿਆ ਹੋਇਆ, ਸਰਕਾਰ ਘੇਰੀ ਹੋਈ ਆ। ਔਰ ਸਰਕਾਰ ਨੇ ਤਾਂ ਆਪਣੀ ਚਾਲ ਚੱਲਣੀ ਹੈ ਨਾ। ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੀ ਗੁਲਾਮ ਆ, ਸਰਕਾਰ ਨੇ ਤਾਂ ਆਪਣੀ ਚਾਲ ਚੱਲਣੀ ਹੈ। ਵੇਖ ਮਰਦਾਨਿਆ ਉਹ ਰੰਗ ਕਰਤਾਰ ਦੇ, ਵੇਖ ਮਰਦਾਨਿਆ ਉਹ ਰੰਗ ਕਰਤਾਰ ਦੇ, ਵੇਖ ਮਰਦਾਨਿਆ। ਪਰ ਮੈਨੂੰ ਲੱਗਦਾ ਜਿਹੜਾ ਦਲਜੀਤ ਬਾਈ ਹੋਰਾਂ ਵਾਲਾ, ਉਹ ਜਿਹੜਾ ਕੰਗਣਾ ਨਾਲ ਉਹਨਾਂ ਦਾ ਚੱਲਦਾ ਹੈ ਤੇ ਉਹ ਥੋੜਾ ਹਾਈਲਾਈਟ ਜ਼ਿਆਦਾ ਹੋ ਗਿਆ ਤਾਂ ਉਹ ਹੈ। ਪਰ ਉਹ ਕੋਈ ਫਰਕ ਨਹੀਂ ਪੈਂਦੀ ਨਾ, ਕਿਉਂਕਿ ਨਾ ਉਹਨੂੰ ਕਿਸੇ ਚੀਜ਼ ਦੀ ਭੁੱਖ ਹੈ ਤੇ ਨਾ ਹੀ ਉਹਨੇ ਕੋਈ ਗਲਤ ਕੀਤਾ। ਤਾਂ ਸਾਧੂਆਂ ਦਾ ਇੱਕ ਸਾਜ਼ ਵੱਜਦਾ ਉਹਨਾਂ ਨੂੰ ਕਿੰਗਰੀ ਕਹਿੰਦੇ ਆ। ਇਸੇ ਤਰ੍ਹਾਂ ਜਦੋਂ ਸ਼ਬਦ ਤੇ ਸੰਗੀਤ ਦੋਨੇ ਨਿਗਰ ਹੁੰਦੇ ਆ, ਦੋਨੇ ਨਰੋਏ ਹੁੰਦੇ ਆ, ਤਾਂ ਉਹਦਾ ਅਸਰ ਉਹਦੀ ਇੱਕ એનર્ਜੀ ਹੁੰਦੀ ਹੈ। ਸਰਕਾਰਾਂ ਦੇ ਕੰਮ ਹੁੰਦਾ ਲੋਕਾਂ ਨੂੰ ਡਰਾ ਕੇ ਰਾਜ ਕਰਨਾ, ਪਰ ਜਦੋਂ ਲੋਕ ਜਾਗੇ ਹੋਣ, ਉਹ ਸਰਕਾਰਾਂ ਤੋਂ ਤੇ ਹਾਕਮ ਤੋਂ ਡਰਦੇ ਨਹੀਂ। किसान अंदोलन जारी है ਤੇ ਕਲਾਕਾਰਾਂ ਤੇ ਸੰਗੀਤਕਾਰਾਂ ਨੇ ਇਸ ਅੰਦੋਲਨ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਹੈ। ਵੱਡੀ ਗਿਣਤੀ ਵਿੱਚ ਜਿਹੜੇ ਨੌਜਵਾਨ ਹੈਗੇ ਨੇ ਉਹ ਵੀ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਪੁੱਜ ਰਹੇ ਨੇ। ਕੰਵਰ ਗਰੇਵਾਲ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਸਿੰਘੂ ਬਾਰਡਰ ਉੱਤੇ ਹੁਣੇ ਹੀ ਇੱਥੇ ਇੱਕ ਉਹਨਾਂ ਦਾ ਪ੍ਰੋਗਰਾਮ ਚੱਲਿਆ, ਵੱਡੀ ਭੀੜ ਉੱਥੇ ਦੇਖਣ ਨੂੰ ਮਿਲੀ ਤੇ ਨੌਜਵਾਨਾਂ ਵਿੱਚ ਬਜ਼ੁਰਗਾਂ ਦੇ ਵਿੱਚ ਜੋਸ਼ ਵੀ ਦੇਖਣ ਨੂੰ ਮਿਲਿਆ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਇਸ ਅੰਦੋਲਨ ਨੂੰ ਕਲਾਕਾਰਾਂ ਨੇ ਇੱਕ ਨਵਾਂ ਰੂਪ ਦਿੱਤਾ ਆਪਣੇ ਗੀਤਾਂ ਦੇ ਜ਼ਰੀਏ। ਤੁਹਾਡਾ ਜਿਹੜਾ ਗੀਤ ਹੈਗਾ ਹਰ ਕਾਰ ਦੇ ਵਿੱਚ, ਹਰ ਟਰਾਲੀ ਟਰੈਕਟਰ ਉੱਤੇ ਵੱਜਦਾ ਹੈ, ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਇਸ ਅੰਦੋਲਨ ਦੇ ਵਿੱਚ ਕਲਾਕਾਰਾਂ ਦੀ ਭੂਮਿਕਾ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਹੁਣ ਤੱਕ ਕੀ ਪ੍ਰਭਾਵ ਛੱਡਿਆ ਕਲਾਕਾਰਾਂ ਨੇ? ਮੈਨੂੰ ਲੱਗਦਾ ਕਲਾਕਾਰ ਵੀ ਵਿੱਚੋਂ ਕੱਢਦੀ ਹੈ, ਪਰ ਸੰਗੀਤ ਦੀ ਕੀ ਭੂਮਿਕਾ ਹੈ, ਸੰਗੀਤ ਦਾ ਕੀ ਰੋਲ ਹੈ। ਮੈਨੂੰ ਲੱਗਦਾ ਇਹ ਅਸਰ ਸੰਗੀਤ ਦਾ ਹੈ। ਔਰ ਸੰਗੀਤ ਦੇ ਨਾਲ ਜਿਵੇਂ ਕਹਿੰਦੇ ਨਾ, ਸ਼ਬਦ ਤੇ ਸੁਰਤ ਜਦੋਂ ਦੋਨੇ ਮਿਲਦੀਆਂ ਤਾਂ ਸਾਧੂਆਂ ਦਾ ਇੱਕ ਸਾਜ਼ ਵੱਜਦਾ, ਉਹਨਾਂ ਨੂੰ ਕਿੰਗਰੀ ਕਹਿੰਦੇ ਆ। ਇਸੇ ਤਰ੍ਹਾਂ ਜਦੋਂ ਸ਼ਬਦ ਤੇ ਸੰਗੀਤ ਦੋਨੇ ਨਿਗਰ ਹੁੰਦੇ ਆ, ਦੋਨੇ ਨਰੋਏ ਹੁੰਦੇ ਆ, ਤਾਂ ਉਹਦਾ ਅਸਰ ਉਹਦੀ ਇੱਕ એનર્ਜੀ ਹੁੰਦੀ ਹੈ, ਜੋ ਆਪਾਂ ਪਿਛਲੇ 4 ਮਹੀਨਿਆਂ 'ਚੋਂ ਦੇਖ ਰਹੇ ਹਾਂ। ਸੋ ਸਾਡੇ ਸਾਰੇ ਭਰਾਵਾਂ ਨੇ, ਮੈਂ ਕਿਸੇ ਨੂੰ ਵੀ ਨਹੀਂ ਛੱਡੂਗਾ। ਮਤਲਬ ਜਿਹਦਾ ਤਿਲਫੁਲ ਜਿੰਨਾ ਵੀ ਹੈ, ਭਾਵੇਂ 1 ਦਿਨ ਆਇਆ, ਭਾਵੇਂ 5 ਦਿਨ ਆਇਆ, ਭਾਵੇਂ 10 ਦਿਨ ਆਇਆ, 20 ਦਿਨ ਆਇਆ, ਭਾਵੇਂ ਹੁਣ ਤੱਕ ਨਾਲ ਹੈ, ਉਹਨਾਂ ਸਾਰੇ ਭਰਾਵਾਂ ਦੇ, ਉਹਨਾਂ ਸ਼ਬਦਾਂ ਦਾ, ਉਸ ਸੰਗੀਤ ਦਾ ਅਸਰ ਹੈ, ਇੱਕ ਵੱਡਾ ਅਸਰ ਹੈ। ਕਿਉਂਕਿ ਇਸ ਤੋਂ ਪਹਿਲਾਂ ਨਹੀਂ ਇੱਦਾਂ ਵਾਪਰਿਆ ਕਦੇ, ਇਸ ਵਾਰੀ ਵਾਪਰਿਆ। ਤਾਂ ਹੀ ਅਸੀਂ ਕੰਪੇਅਰ ਕਰ ਰਹੇ ਹਾਂ ਕਿ ਪਹਿਲਾਂ ਤੇ ਹੁਣ ਦਾ ਕੀ ਫਰਕ ਹੈ। ਜਥੇਬੰਦੀਆਂ ਦੇ ਬਜ਼ੁਰਗ ਵੀ ਸਾਡੇ ਜਦੋਂ ਸਾਡੇ ਨਾਲ ਬਹਿੰਦੇ ਆ, ਉਹ ਗੱਲਾਂ ਕਰਦੇ ਆ, ਪੁੱਤ ਕਿ ਆਹ ਜਿਹੜੇ ਗੀਤ ਆਏ ਆ ਨਾ ਇਸ ਅੰਦੋਲਨ ਨੂੰ ਲੈ ਕੇ, 125 ਗੀਤ ਆ ਗਿਆ ਬਾਈ ਇਸ ਅੰਦੋਲਨ ਨੂੰ ਲੈ ਕੇ 4 ਮਹੀਨਿਆਂ 'ਚ 125 ਗੀਤ। ਉਹਨਾਂ ਗੀਤਾਂ ਦਾ ਅਸਰ ਹੈ। ਇਸ ਕਰਕੇ ਜਿਵੇਂ ਸਾਡੀ ਨੌਜਵਾਨੀ ਹੈ, ਯੂਥ ਐਡੀ ਵੱਡੀ ਗਿਣਤੀ ਦੇ ਵਿੱਚ ਪਾਰਟੀਸਪੇਟ ਕਰ ਰਿਹਾ, ਉਹਦੇ 'ਚ ਬਹੁਤ ਵੱਡਾ ਕਾਰਨ ਬੇਸ਼ੱਕ ਉਹ ਮਿੱਟੀ ਦਾ ਮੋਹ ਵੀ ਹੈ, ਸਾਡਾ ਫਰਜ਼ ਵੀ ਹੈ, ਉਹ ਵੀ ਇੱਕ ਬਹੁਤ ਵੱਡਾ, ਉਹਨੂੰ ਅਸੀਂ ਅੱਖੋਂ ਨਹੀਂ ਕਰ ਸਕਦੇ। ਮਿੱਟੀ ਸਾਡੀ ਮਾਂ ਹੈ। ਜਦੋਂ ਅਸੀਂ ਕਿਸੇ ਭਰਾ ਨੂੰ ਪੁੱਛਦੇ ਹਾਂ ਖੇਤੀਬਾੜੀ ਕਰਨ ਵਾਲੇ, ਪਰ ਨਾਲ ਨਾਲ ਜਦੋਂ ਰੋਜ਼ ਸਾਡੇ ਯੰਗਸਟਰ ਮੁੰਡੇ ਆ
ਸੰਗੀਤ ਸੁਣਦੇ ਆ, ਕਲਾਕਾਰਾਂ ਦੇ ਗੀਤ ਸੁਣਦੇ ਆ। ਜਦੋਂ ਉਹੀ ਕਿਰਦਾਰ ਆ ਕਿਸਾਨੀ ਦੇ ਗੀਤ ਲੈ ਕੇ ਆਏ ਤਾਂ ਉਹਨਾਂ ਨੇ ਉਹ ਵੀ ਫਿਰ ਉਹਨਾਂ ਹੀ ਸੁਣੇ ਮਿਲੀਅਨਾਂ ਦੇ ਵਿੱਚ ਹੀ। ਸੋ ਮੈਨੂੰ ਲੱਗਦਾ ਕਿ ਇਹ ਸਾਰਾ ਇੱਕ ਸਾਰਿਆਂ ਦਾ ਯੋਗਦਾਨ ਹੀ ਆ, ਕਾਫਲੇ ਦਾ ਹੀ ਯੋਗਦਾਨ ਹੈ। ਕੰਵਰ ਗਰੇਵਾਲ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਜਿਹੜੇ ਕਿਸਾਨੀ ਉੱਤੇ ਗੀਤ ਆਏ ਨੇ, ਜਦੋਂ ਸੁਣਦੇ ਆ ਤੇ ਅੰਦਰੋਂ ਇੱਕ ਜੋਸ਼ ਪੈਦਾ ਹੁੰਦਾ ਹੈ ਤੇ ਹਰ ਇੱਕ ਨੂੰ ਇਹ ਹੁੰਦਾ ਕਿ ਉਸ ਨੂੰ ਮੌਤ ਛੋਟੀ ਲੱਗਣ ਲੱਗ ਜਾਂਦੀ ਹੈ, ਸ਼ਹਾਦਤ ਨੂੰ ਅੱਗੇ ਰੱਖ ਲੈਂਦਾ ਹੈ। ਤੇ ਹੁਣ ਤੱਕ ਬਹੁਤ ਸਾਰੇ ਜਿਹੜੇ ਕਲਾਕਾਰਾਂ ਨੇ ਕਿਸਾਨੀ ਉੱਤੇ ਗੀਤ ਲਿਖੇ ਨੇ, ਕਲਮ ਇੱਕਦਮ ਮੋੜਾ ਕੱਟ ਗਈ ਹੈ। ਪਹਿਲਾਂ ਜਿਹੜੇ ਗੀਤ ਹੈਗੇ ਸੀ ਉਹ ਆਪਾਂ ਜੱਟਵਾਦ ਤੇ ਬੰਦੂਕਾਂ ਉੱਤੇ ਚੱਲਦੇ ਆਏ ਸੀ। ਕਿਵੇਂ ਲੱਗਦਾ ਹੈ ਕਿ ਇੱਕਦਮ ਕਲਮ ਨੇ ਕਿਵੇਂ ਮੋੜਾ ਕੱਟਿਆ ਤੇ ਅੱਜ ਜਿਹੜੇ ਆਪਣੇ ਪੰਜਾਬੀ ਦੇ ਖਾਸ ਤੌਰ ਤੇ ਗਾਇਕ ਹੈਗੇ ਨੇ ਤੇ ਸੰਗੀਤਕਾਰ ਨੇ, ਉਹ ਸਾਰੇ ਇਸ ਅੰਦੋਲਨ ਦੇ ਨਾਲ ਖੜੇ ਹੋਏ ਨੇ? ਜਿਹੜੇ ਘਰ ਦੇ ਵਿੱਚ ਮੰਨ ਲਾ 5 ਜੀ ਆ ਵੱਡੇ ਬਾਈ, 5 ਜੀ ਤੜਕੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਨਿਤਨਾਮ ਕਰਨ ਵਾਲੇ ਆ, ਹਨਾ, ਤਾਂ ਕੋਈ ਬਾਹਲੀ ਜਿਹੀ ਮਾਰ ਪੈ ਜੇ ਕੀ ਆਖਣਾ ਨਹੀਂ। ਉਹਨਾਂ ਦੇ ਧੀਆਂ ਪੁੱਤ ਦੇਖਿਓ ਤੁਸੀਂ ਕਿੱਦਾਂ ਦੇ ਹੁੰਦੇ ਆ, ਉਹ ਸਾਰੇ ਉਹੀ ਕਲਚਰ। ਜਦੋਂ ਐਡਾ ਕੁ ਬੱਚਾ ਹੀ, ਜਿਵੇਂ ਅੱਜ ਸੀ ਬੱਚੇ, ਇੱਕ ਨੂੰ ਮੈਂ ਗੋਦੀ ਚੱਕੀ ਫਿਰਦਾ ਜਿਹੜੇ ਨੂੰ, ਹੁਣ ਉਹ ਉਸ ਬੱਚੇ ਦੇ ਜਿਹੜੀ ਮਾਂ ਹੈ ਉਹਦੀ ਭੈਣ ਸਾਡੀ, ਜੇ ਹੁਣੇ ਤੋਂ ਉਹਨੂੰ ਜਿਹੜੇ ਵੀ ਇਸ਼ਟ ਦੀ ਆ ਉਹ ਭੈਣ ਸਾਡੀ, ਉਧਰੋਂ ਹੁਣੇ ਤੋਂ ਗੁਰੂ ਸਾਹਿਬ ਦੀ ਐਜੂਕੇਸ਼ਨ ਦੇਣ ਲੱਗ ਜੇ, ਹਨਾ, ਸਾਰਾ ਉਹ ਵਰਤਾਂਤ ਹੀ ਉਹਦੇ ਸਾਹਮਣੇ ਹੁਣ ਰੱਖਦੇ ਜਦੋਂ ਜਮਾ ਕੋਰਾ ਕਾਗਜ਼ ਹੈ, ਤਾਂ ਕੀ ਬਣੂਗਾ ਫਿਰ ਉਹ? ਫਿਰ ਉਹਦੇ ਵਰਗਾ ਹੀ ਬਣੂਗਾ, ਉਹ ਗੁਰੂ ਵਰਗਾ ਹੀ ਬਣੂਗਾ। ਇਸ ਕਰਕੇ ਹੁਣ ਜਦੋਂ ਸੂਬੇ ਦਾ ਮਾਹੌਲ ਹੀ ਸਾਰਾ ਇਹੋ ਜਿਹਾ ਹੈ, ਹਰ ਜ਼ੁਬਾਨ ਤੇ ਗੱਲ ਹੀ ਮਿੱਟੀ ਦੀ ਹੈ, ਹਰ ਜ਼ੁਬਾਨ ਤੇ ਗੱਲ ਹੀ ਕਿਰਸਾਨੀ ਦੀ ਹੈ, ਉਸ ਬਾਬੇ ਨਾਨਕ ਦੀ ਨੇਕ ਕਿਰਤ ਦੀ ਹੈ। ਉੱਤਮ ਖੇਤੀ ਮੱਧਮ ਵਪਾਰ ਨਿਖਿਧ ਚਾਕਰੀ ਕਹਿੰਦੇ ਆ ਨਾ ਬਾਬੇ, ਤਾਂ ਉਹ ਉੱਤਮ ਖੇਤੀ ਦੀ ਬਾਤ ਹੈ। ਇਸ ਕਰਕੇ ਜਦੋਂ ਸਾਰਾ ਸੂਬਾ ਉਸ ਰੰਗ 'ਚ ਰੰਗਿਆ ਹੋਇਆ, ਤਾਂ ਕਲਾਕਾਰਾਂ ਲਈ ਕਿਸੇ ਨੂੰ ਕੋਈ ਪ੍ਰੈਸ਼ਰਾਈਜ਼ ਥੋੜ੍ਹਾ ਹੀ ਕੀਤਾ ਕਿਸੇ ਨੇ, ਤਾਂ ਉਹ ਰੰਗ ਨੂੰ ਦੇਖ ਕੇ ਉਸੇ ਰੰਗ 'ਚ ਢਲ ਗਏ। ਤਾਂ ਉਹ ਬੇਸ਼ੱਕ ਹੁਣ 125 ਗੀਤ ਮੈਂ ਪਹਿਲਾਂ ਵੀ ਤੁਹਾਨੂੰ ਬੋਲਤਾ ਤਾਂ ਆਇਆ ਐਦਾਂ ਹੀ। ਹੁਣ ਸੂਬਾ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਹਰਿਆਣੇ ਵਾਲੇ ਹਰਿਆਣੇ ਦੀ ਗੱਲ ਕਰਨ, ਸਾਰੇ ਜੇ ਇੱਥੋਂ ਅੰਦੋਲਨ ਤੋਂ ਬਾਅਦ ਵੀ ਜਦੋਂ ਆਪਦੇ ਸੂਬਿਆਂ 'ਚ ਜਾਣਗੇ ਸਾਡੇ ਸਾਰੇ ਕਿਸਾਨ, ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਵੀਰ, ਸਾਡੇ ਛੋਟੇ ਬੱਚੇ, ਜਿਹੜੀ ਫੁੱਟਦੀ ਜਵਾਨੀ ਆ, ਸਾਰੇ ਜੇ ਇਹਨਾਂ ਗੱਲਾਂ ਨੂੰ ਚੇਤੇ ਰੱਖਣਗੇ, ਇਸ ਰੰਗ ਨੂੰ ਬਰਕਰਾਰ ਰੱਖਣਗੇ, ਇਸ ਵਿਧ ਨੂੰ, ਇਸ ਮਰਿਆਦਾ ਨੂੰ ਬਰਕਰਾਰ ਰੱਖਣਗੇ, ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਗੀਤ ਵੀ ਇਦਾਂ ਦੇ ਰਹਿਣਗੇ ਤੇ ਫਿਲਮਾਂ ਦੇ ਕਨਸੈਪਟ ਵੀ ਜਿਹੜੇ ਇਦਾਂ ਦੇ ਹੋਣਗੇ। ਬਹੁਤ ਸਾਰੇ ਬੀਜੇਪੀ ਦੇ ਲੀਡਰ ਇਹ ਕਹਿ ਰਹੇ ਨੇ ਕਿ ਉੱਥੇ ਤਾਂ ਪਾਰਟੀਆਂ ਕਰਨਗੇ ਨੇ ਕਿਸਾਨ, ਤੇ ਉੱਥੇ ਗਾਉਂਦੇ ਨੇ, ਵਜਾਉਂਦੇ ਨੇ, ਭੰਗੜੇ ਪਾਉਂਦੇ ਨੇ, ਤੇ ਤੁਸੀਂ ਉਹਨਾਂ ਦੇ ਇਸ ਬਿਆਨ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਨਹੀਂ, ਆਪਾਂ ਕਾਹਦੇ ਵਾਸਤੇ ਦੇਖਣਾ ਹੈ ਜਦੋਂ ਅਸੀਂ ਇੱਥੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਥੋੜ੍ਹੀ ਹੈ। ਜਦੋਂ ਆਪਾਂ ਤਾਂ ਦਿਨ ਰਾਤ ਇੱਥੇ ਆ, ਸਾਰਾ ਪਰਿਵਾਰ ਆਪਣਾ ਹੈ, ਇਸ ਪਰਿਵਾਰ 'ਚ ਤਾਂ ਦਿਨ ਰਾਤ ਹੈਗਾ, ਕਦੇ ਟਰਾਲੀਆਂ 'ਚ, ਕਦੇ ਟਰੈਕਟਰ 'ਤੇ ਆ, ਕਦੇ ਸੜਕਾਂ 'ਤੇ ਆ, ਕਦੇ ਸਟੇਜ 'ਤੇ ਆ, ਕਦੇ ਝਾੜੂ ਲੈ ਕੇ ਆ, ਕਦੇ ਕਿਤੇ ਆ, ਕਦੇ ਕਿਤੇ ਆ। ਤਾਂ ਹੁਣ ਇੱਥੇ ਇਹ ਪਤਾ ਕੀ ਹੁੰਦਾ, ਇਹਨਾਂ ਸਵਾਲਾਂ ਦੇ ਜਵਾਬ ਉਹ ਲੋਕ ਦਿੰਦੇ ਆ ਜਿਨ੍ਹਾਂ ਨੂੰ ਆਪਦੀ ਹੋਂਦ ਦਾ ਡਰ ਹੋਵੇ ਜਾਂ ਆਪਦੀ ਹੋਂਦ ਲਈ ਸ਼ੱਕੀ ਹੋਣ ਜਿਹੜੇ ਲੋਕ। ਤਾਂ ਹੁਣ ਇੱਥੇ ਐਡੀ ਸੋਹਣੀ ਵਿਹਦਾ ਹੈ, ਚੜ੍ਹਦੀ ਕਲਾ ਵਾਲੀ ਵਿਹਦਾ ਹੈ, ਹਨਾ, ਸਾਰੇ ਭਾਈਚਾਰੇ ਇਕੱਠੇ ਹੈ, ਪੰਜਾਬ ਹਰਿਆਣਾ ਰਾਜਸਥਾਨ ਗੂੜੀ ਯਾਰੀ ਪਈ ਜਾਂਦੀ ਹੈ ਇੱਥੇ, ਸਭ ਧਰਮਾਂ ਦੇ ਲੋਕ, ਜਾਤਾਂ ਪਾਤਾਂ ਖਤਮੇ ਹੋ ਗਈਆਂ ਇੱਥੇ, ਹੁਣ ਪਤਾ ਹੀ ਨਹੀਂ ਕਿਹੜਾ ਕੌਣ ਹੈ, ਸਭ ਬਸ ਰੱਬ ਦੇ ਬੰਦੇ ਆ, ਇਕੱਠੇ ਬੈਠ ਕੇ ਪੰਗ 'ਚ ਲੰਗਰ ਛਕਦੇ ਆ। ਤਾਂ ਇੱਥੇ ਹੁਣ ਇਹ ਸਵਾਲ ਕਿੱਥੇ ਖੜਦੇ ਬਾਬਾ? ਪਰ ਇੱਕ ਸਵਾਲ ਗਲਫੜਾ ਜੀ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ, ਦਲਜੀਤ ਦੋਸਾਂਝ ਹੋਰਾਂ ਇੱਥੇ ਆਏ, ਉਹਨਾਂ ਨੇ ਇੱਥੇ ਕਾਫੀ ਲੋਕਾਂ ਦੇ ਨੌਜਵਾਨਾਂ 'ਚ ਉਤਸ਼ਾਹ ਵੀ ਭਰਿਆ ਤੇ ਕਿਸਾਨੀ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਵੀ ਕੀਤੀ, ਪਰ ਉਹਨਾਂ ਨੂੰ ਵੀ ਘੇਰੇ ਵਿੱਚ ਲੈ ਲਿਆ ਕੇਂਦਰ ਦੀਆਂ ਏਜੰਸੀਆਂ ਨੇ ਤੇ ਜਾਂਚ ਖੋਲ੍ਹ ਦਿੱਤੀ ਉਹਨਾਂ ਦੇ ਵਿਰੁੱਧ ਵੀ ਫੰਡ ਨੂੰ ਲੈ ਕੇ। ਤੇ ਜਦੋਂ ਇਦਾਂ ਦੀ ਜਾਂਚਾਂ ਖੁੱਲ੍ਹਦੀਆਂ ਨੇ ਤੇ ਕਲਾਕਾਰਾਂ ਉੱਤੇ ਕੀ ਅਸਰ ਪੈਂਦਾ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਇਸ ਨਾਲ ਤਾਰਪੀੜੋ ਕਰਨ ਦੀ ਕੋਸ਼ਿਸ਼ ਹੈਗੀ ਕੇਂਦਰ ਦੀ? ਮੈਨੂੰ ਲੱਗਦਾ ਐਸਾ ਕੋਈ ਫਰਕ ਨਹੀਂ ਪੈਂਦਾ ਕਲਾਕਾਰਾਂ, ਕੋਈ ਕਲਾਕਾਰ ਵੀ ਇਸ ਮਿੱਟੀ ਦੇ ਆ, ਔਰ ਸਰਕਾਰ ਨੇ ਤਾਂ ਆਪਣੀ ਚਾਲ ਚੱਲਣੀ ਹੈ ਨਾ। ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੀ ਗੁਲਾਮ ਆ, ਸਰਕਾਰ ਨੇ ਤਾਂ ਆਪਣੀ ਚਾਲ ਚੱਲਣੀ ਹੈ। ਪਰ ਗੁਰੂ ਮਹਾਰਾਜ ਸੰਗਤ ਨਾਲ ਹੈ, ਲੋਕਾਂ ਨਾਲ ਹੈ, ਉਹਦੇ 'ਚੋਂ ਕਲਾਕਾਰ ਵੀ ਹੈ, ਉਹਦੇ 'ਚ ਸਿੱਖ ਪ੍ਰਚਾਰਕ ਵੀ ਨੇ, ਹਰੇਕ ਦੂਸਰੇ ਧਰਮਾਂ ਦੇ ਪ੍ਰਚਾਰਕ ਵੀ ਹੈ, ਆਮ ਕਿਰਤੀ ਕਿਸਾਨ ਵੀ ਹੈ, ਹਰ ਵਰਗ ਹੈ ਉਹਦੇ ਵਿੱਚ। ਪਰ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਉਹ ਵਿਧ ਬਣੀ ਆ ਤਾਂ ਉਹਨੂੰ ਸਰਕਾਰ ਆਪਦਾ ਜ਼ੋਰ ਲਾਈ ਜਾਂਦੀ ਹੈ। ਅਸੀਂ ਆਪਣੇ ਹੱਕ ਲਈ ਬੈਠੇ ਹਾਂ ਉਹਦੇ 'ਚ, ਚਾਹੇ ਕਿਸੇ ਬਾਬੇ ਨੂੰ ਸੰਮਣ ਆਉਣ, ਚਾਹੇ ਕਿਸੇ ਆੜਤੀਏ ਭਾਈਚਾਰੇ 'ਚੋਂ ਕਿਸੇ ਨੂੰ ਸਮਝ ਆਉਣ, ਉਵੇਂ ਕਲਾਕਾਰਾਂ ਜੇ ਕਿਸੇ ਨੂੰ ਆਉਂਦੇ ਨੇ। ਪਰ ਮੈਨੂੰ ਲੱਗਦਾ ਜਿਹੜਾ ਦਲਜੀਤ ਬਾਈ ਹੋਰਾਂ ਵਾਲਾ, ਉਹ ਜਿਹੜਾ ਕੰਗਣਾ ਨਾਲ ਉਹਨਾਂ ਦਾ ਚੱਲਦਾ ਤੇ ਉਹ ਥੋੜਾ ਹਾਈਲਾਈਟ ਜ਼ਿਆਦਾ ਹੋ ਗਿਆ ਤਾਂ ਉਹ ਹੈ। ਪਰ ਉਹ ਕੋਈ ਫਰਕ ਨਹੀਂ ਪੈਂਦੀ ਨਾ, ਕਿਉਂਕਿ ਨਾ ਉਹਨੂੰ ਕਿਸੇ ਚੀਜ਼ ਦੀ ਭੁੱਖ ਹੈ ਤੇ ਨਾ ਹੀ ਉਹਨੇ ਕੋਈ ਗਲਤ ਕੀਤਾ। ਤਾਂ ਉਹ ਠੀਕ ਹੈ, ਸਰਕਾਰ ਡਰਾਉਣ ਨੂੰ ਕੋਸ਼ਿਸ਼ ਕਰਦੀ ਹੈ, ਤਾਂ ਸਰਕਾਰਾਂ ਦੇ ਕੰਮ ਹੁੰਦਾ ਲੋਕਾਂ ਨੂੰ ਡਰਾ ਕੇ ਰਾਜ ਕਰਨਾ। ਪਰ ਜਦੋਂ ਲੋਕ ਜਾਗੇ ਹੋਣ, ਉਹ ਸਰਕਾਰਾਂ ਤੋਂ ਤੇ ਹਾਕਮ ਤੋਂ ਡਰਦੇ ਨਹੀਂ। ਉਹ ਆਪਣਾ ਜਿਹੜਾ ਸਾਨੂੰ ਵੈਸੇ ਹੀ ਸੰਵਿਧਾਨ ਨੇ ਹੱਕ ਦਿੱਤਾ ਨਾ, ਲੋਕਤੰਤਰ ਰਾਜ ਕਹਿੰਦੇ ਆ। ਲੋਕ ਤਾਂ ਉਦੋਂ ਨਹੀਂ ਸੀ ਡਰਦੇ ਜਦੋਂ ਇਹ ਵੋਟਾਂ ਵਾਲਾ ਸਿਸਟਮ ਨਹੀਂ ਸੀ ਹੁੰਦਾ, ਜਦੋਂ ਸ਼ਾਸਕ ਰਾਜ ਕਰਦਾ ਸੀ। ਤੇ ਉਦੋਂ ਵੀ ਜੇ ਉਹ ਸ਼ਾਸਕ ਵੀ ਲੋਕਾਂ ਦੇ ਉਲਟ ਕੋਈ ਰਣਨੀਤੀ ਕਰਦਾ ਸੀ ਜਾਂ ਕੋਈ ਕਾਨੂੰਨ ਬਣਾਉਂਦਾ ਸੀ, ਲੋਕ ਉਦੋਂ ਵੀ ਉੱਠ ਖੜਦੇ ਸੀ। ਅੱਜ ਤਾਂ ਸਾਨੂੰ ਮਤਲਬ ਸੰਵਿਧਾਨ ਸਾਨੂੰ ਹਰ ਗੱਲ ਕਹਿਣ ਦਾ ਹੱਕ ਦਿੰਦਾ, ਹਰ ਗੱਲ ਬੋਲਣ ਦਾ ਹੱਕ ਦਿੰਦਾ ਹੈ ਨਾ। ਭੀਮ ਰਾਓ ਅੰਬੇਦਕਰ ਸਾਹਿਬ ਨੇ ਸਾਨੂੰ ਸੰਵਿਧਾਨ ਲਿਖ ਕੇ ਦਿੱਤਾ। ਉਹ ਸੰਵਿਧਾਨ ਦੇ ਵਿੱਚ ਸਾਨੂੰ ਆਜ਼ਾਦੀ ਕਾਨੂੰਨੀ ਤੌਰ ਤੇ ਦਿੱਤੀ ਹੈ।
ਤਾਂ ਇਹ ਕੌਣ ਹੁੰਦੇ ਆ? ਤੇ ਇਹਨਾਂ ਨੂੰ ਇਹ ਸਮਝ ਸਕੇ ਸੀ ਕਿ ਜਿਹੜਾ ਕੁਰਸੀ ਦੇ ਬੈਂਦਾ ਉਹ ਸ਼ਾਸਕ ਕੁਝ ਵੀ ਕਰ ਦੂਗਾ। ਇਹ ਜਿਹੜਾ ਲੋਕ ਰੋ ਉੱਠਿਆ ਉਹਨੂੰ ਉਸ ਚੀਜ਼ ਨੂੰ ਖਤਮ ਕਰਨ ਲਈ ਔਰ ਲੋਕਾਂ ਦਾ ਰਾਜ ਲਿਆਉਣ ਲਈ ਉੱਠਿਆ, ਤੇ ਰਾਜ ਲੋਕਾਂ ਦਾ ਆ ਕੇ ਰਹੂਗਾ। ਗੁਰਬਖਸ਼ ਸਾਹਿਬ, ਮੈਂ ਤੁਹਾਨੂੰ ਜਾਣਨਾ ਚਾਹੁੰਦਾ, ਕਿਸਾਨ ਅੰਦੋਲਨ ਜਿਵੇਂ ਜਾਰੀ ਹੈਗਾ ਤੇ ਪਹਿਲਾਂ ਵੀ ਬਹੁਤ ਸਾਰੇ ਬਾਲੀਵੁੱਡ ਸਟਾਰ ਜਿਹੜੇ ਹੈਗੇ ਨੇ ਆਪਾਂ ਦਸਤਾਰਾ ਸਜਾ ਕੇ ਫਿਲਮਾਂ ਕਰਦੇ ਦੇਖੇ ਨੇ ਤੇ ਚੰਗੇ ਉਹ ਪੈਸੇ ਵੀ ਕੁੱਟਦੇ ਰਹੇ ਨੇ ਇਸ ਨੂੰ ਲੈ ਕੇ, ਲੇਕਿਨ ਅੱਜ ਜਦੋਂ ਕਿਸਾਨ ਅੰਦੋਲਨ ਜਾਰੀ ਹੈ ਇਸ ਵੇਲੇ ਬਾਲੀਵੁੱਡ ਦੇ ਵੱਲੋਂ ਕੋਈ ਆਵਾਜ਼ ਨਹੀਂ ਉੱਠ ਰਹੀ ਇਸ ਨੂੰ ਲੈ ਕੇ, ਪਰ ਜਦੋਂ ਕੱਲ ਨੂੰ ਅੰਦੋਲਨ ਦੀ ਜਿੱਤ ਹੁੰਦੀ ਹੈ, ਜੋ ਵੀ ਨਤੀਜਾ ਨਿਕਲੇਗਾ ਉਸ ਨੂੰ ਲੈ ਕੇ ਫਿਰ ਦਸਤਾਰਾ ਸਜਾ ਕੇ ਉਹ ਹੀਰੋ ਬਣ ਕੇ ਨਜ਼ਰ ਆਉਣਗੇ। ਸੋ ਕਿਸ ਤਰ੍ਹਾਂ ਦੀ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਅਜੇ ਅਦਾਕਾਰਾਂ ਤੋਂ? ਖਾਸ ਤੌਰ ਤੇ ਮੈਂ ਸੰਨੀ ਦਿਓਲ ਦੀ ਵੀ ਗੱਲ ਕਰਾਂਗਾ, ਪੰਜਾਬ ਤੋਂ ਆਉਂਦੇ ਨੇ, ਪੂਰਾ ਪਰਿਵਾਰ ਜਿਹੜਾ ਹੈਗਾ ਉਹ ਅੱਜ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਖੜਾ ਹੋਇਆ। ਗੱਲ ਸੁਣ ਬਾਈ, ਇਸ ਵੇਲੇ ਮੋਰਚਾ ਜਿਹੜੇ ਮੋੜ ਤੇ ਹੈ ਨਾ, ਇੱਥੇ ਆਨੈਸਟਲੀ ਕਿਸੇ ਦੀ ਕਮੀ ਮਹਿਸੂਸ ਹੀ ਨਹੀਂ ਹੋ ਰਹੀ। ਅਸੀਂ ਤਿੰਨੇ ਵੀ ਜਿਹੜੇ ਭਰਾ ਬੈਠੇ ਆ ਨਾ, ਅਸੀਂ ਤਿੰਨੇ ਵੀ ਇੱਥੋਂ ਹੁਣ ਚਲੇ ਜਾਈਏ ਔਰ ਇੱਕ ਦਿਨ ਵੀ ਮੋਰਚੇ 'ਚ ਨਾ ਆਈਏ, ਮਾਸਾ ਹੀ ਫਰਕ ਨਹੀਂ ਪੈਣਾ ਅੰਦੋਲਨ ਨੂੰ, ਕਿਉਂਕਿ ਇੱਕ ਸਟਾਰਟ ਤੋਂ ਲੈ ਕੇ ਜਿਹੜੀ ਰੇਸ ਫੜਨੀ ਸੀ ਨਾ ਇਸ ਮੋਰਚੇ ਨੇ ਉਹ ਫੜ ਲਈ ਹੈ। ਹਾਂ, ਉਹਨਾਂ ਸਾਰੇ ਭਰਾਵਾਂ ਕਰਕੇ ਲੱਗਦਾ ਵੀ ਇੱਥੇ ਉਹ ਗੱਲ ਨਹੀਂ ਬਣੀ ਜਿਹੜੀ ਬਣਨੀ ਚਾਹੀਦੀ ਸੀ। ਹੋ ਸਕਦਾ ਮੈਂ ਤੇਰੇ ਸਵਾਲ ਦੇ ਜਵਾਬ 'ਚ ਕੋਈ ਲਾਂਭਾ ਦੇ ਦਿੰਦਾ ਭਰਾਵਾਂ ਨੂੰ, ਹਨਾ, ਉਹਨਾਂ ਦਾ ਛੋਟਾ ਭਰਾ ਬਣ ਕੇ ਲਾਂਭਾ ਦਿੰਦਾ ਯਾਰ ਤੁਹਾਨੂੰ ਆਉਣਾ ਚਾਹੀਦਾ ਸੀ, ਪਰ ਮੈਨੂੰ ਲੱਗਦਾ ਹੁਣ ਕਿਸੇ ਦੇ ਨਾਂ ਉਹਨਾਂ ਨਾਲ ਇੱਥੇ ਫਰਕ ਹੀ ਨਹੀਂ ਪਿਆ। ਇੱਥੇ ਹੀ ਅਸੀਂ ਕੱਲ੍ਹ ਵੀ ਕਾਰ 'ਚ ਗੱਲਾਂ ਕਰਦੇ ਹੁੰਦੇ ਸੀ। ਹਾਂ, ਜਦੋਂ ਹਰ ਰੋਜ਼ ਸਟੇਜ ਦੇਖਦੇ ਆ, ਆਮ ਆਵਾਜਾਈ 'ਚ ਦੇਖਦੇ ਆ, ਟਰਾਲੀਆਂ 'ਚ ਦੇਖਦੇ ਆ ਲੋਕਾਂ ਨੂੰ, ਜਾਂ ਕਿਤੇ ਵੀ ਖੜਿਆਂ ਨੂੰ ਗੱਲਾਂ ਕਰਦੇ ਦੇਖਦੇ ਆ। ਕੱਲ੍ਹ ਹਰਫ ਹੀ ਬੋਲਿਆ, ਕਹਿੰਦਾ ਯਾਰ ਜੇ ਆਪਾਂ ਵੀ ਜਾਵੜੀਏ ਨਾ ਹੁਣ, ਆਪਣੇ ਜਾਣ ਤੋਂ ਬਾਅਦ ਵੀ ਉੱਥੇ ਭੋਰਾ ਹੀ ਫਰਕ ਨਹੀਂ ਪੈਣਾ। ਸੋ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਨਾਂ ਆਉਣ ਨਾਲ ਇੱਥੇ ਕੋਈ ਫਰਕ ਪਿਆ। ਇਹ ਤਾਂ ਯਾਰ ਉਹਦੀ ਕਲਾ ਹੈ, ਇਹ ਵਰਤੀ ਆ, ਤਾਂ ਮੈਨੂੰ ਨਹੀਂ ਲੱਗਦਾ ਇਹਦੇ 'ਚ ਕੋਈ। ਮੇਰਾ ਸਵਾਲ ਮਤਲਬ ਇਸ ਦਿਸ਼ਾ ਵਿੱਚ ਸੀਗਾ ਕਿ ਜਿਹੜੇ ਕਲਾਕਾਰ ਨੇ ਉਹ ਸਮਾਜ ਦਾ ਆਪਾਂ ਕਹਿ ਸਕਦੇ ਸ਼ੀਸ਼ਾ ਹੁੰਦੇ ਨੇ, ਤੇ ਜਦੋਂ ਹੁਣ ਇਸ ਅੰਦੋਲਨ ਦੇ ਨਾਲ ਆਵਾਜ਼ ਨਹੀਂ ਉੱਠ ਰਹੀ, ਪਰ ਜਦੋਂ ਅੰਦੋਲਨ ਦਾ ਨਤੀਜਾ ਨਿਕਲ ਜਾਊਗਾ, ਫਿਲਮਾਂ ਵੀ ਬਣ ਗਈਆਂ ਇਸ ਅੰਦੋਲਨ ਦੇ ਉੱਤੇ, ਤੇ ਹੀਰੋ ਬਣਨ ਲਈ ਉਹ ਬਾਲੀਵੁੱਡ ਦੇ ਜਿਹੜੇ ਕਲਾਕਾਰ ਅੱਗੇ ਆ ਕੇ ਖੜੇ ਹੋ ਜਾਣਗੇ, ਤੇ ਤੁਹਾਨੂੰ ਕੀ ਲੱਗਦਾ ਕਿ ਅੱਜ ਉਹਨਾਂ ਨੂੰ ਅਸਲ ਮਾਇਨੇ ਦੇ ਵਿੱਚ ਅੱਜ ਹੀਰੋ ਬਣਨ ਦੀ ਲੋੜ ਹੈਗੀ ਹੈ, ਉਹਨਾਂ ਨੂੰ ਇੱਥੇ ਆਉਣ ਦੀ ਲੋੜ ਹੈ? ਜਿਹੜੇ ਇੱਥੇ ਨੌਜਵਾਨ ਡਟੇ ਹੋਏ ਨੇ, ਅਸਲ ਹੀਰੋ ਤਾਂ ਇਹ ਹੈਗੇ ਨੇ ਇਸ ਅੰਦੋਲਨ ਦੇ, ਤੇ ਕੱਲ ਨੂੰ ਜਦੋਂ ਭੂਮਿਕਾਵਾਂ ਨਿਭਾਉਣਗੇ ਉਦੋਂ ਕਿਸ ਮੂੰਹ ਨਾਲ ਨਿਭਾਉਣਗੇ? ਅੱਜ ਅੰਦੋਲਨ ਬਾਰੇ ਉਹਨਾਂ ਦੇ ਕੋਈ ਵੀ ਆ ਜਾਣਗੇ, ਚੰਗੀ ਗੱਲ ਹੈ। ਮੈਂ ਦੱਸਦਾ ਇਹ ਗੱਲ ਦਾ, ਜੋ ਇਹਨਾਂ ਹਰਫ ਨੇ ਅੱਜ ਗੱਲ ਬੋਲੀ ਸੀ ਸਟੇਜ ਤੋਂ, ਖੇਤੀ ਤੇ ਸੰਗੀਤ ਦਾ ਕਦੇ ਵਪਾਰ ਨਹੀਂ ਹੁੰਦਾ। ਇਹ ਨਾ ਲੋਕ ਰੋਚ ਹੁੰਦੀ ਹੈ, ਚਾਹੇ ਕਲਮ ਹੈ ਤੇ ਜਿਹੜੀ ਖੇਤੀ ਹੈ ਢਿੱਡ ਭਰਦੀ ਹੈ। ਇਹ ਜੇ ਤੁਹਾਡੀ 500 ਰੁਪਏ ਨੂੰ ਵਿਕਣੀ ਹੈ ਤਾਂ ਵੀ ਢਿੱਡ ਭਰਨਾ ਹੈ, ਹਨਾ, ਜੇ ਹਜ਼ਾਰਾਂ 'ਚ ਆ, ਠੀਕ ਆ। ਸਾਨੂੰ ਅਸੀਂ ਤਾਂ ਅੱਜ ਬੈਠੇ ਹਾਂ, ਘੱਟੋ ਘੱਟ ਸਾਡਾ ਯਾਰ ਮਿਹਨਤ ਦਾ ਮੁੱਲ ਤਾਂ ਦਿਓ ਸਾਨੂੰ। ਉਵੇਂ ਕਲਮ ਦਾ ਵੀ ਹੁੰਦਾ ਹੈ, ਪਰ ਜਿਹੜੇ ਵਪਾਰ ਕਰਦੇ ਆ, ਇੱਕ ਸੱਚ ਜਾਣਿਓ, ਚਾਹੇ ਉਹ ਗਾਇਕ ਚਾਹੇ ਬਾਲੀਵੁੱਡ ਹੈ, ਉਹ ਦੂਰੋਂ ਚਮਕ ਦਮਕ ਦਿਸਦੀ ਹੈ। ਜਦੋਂ ਲੋਕਾਂ ਦੀਆਂ ਭਾਵਨਾਵਾਂ ਦਾ ਵਪਾਰ ਕਰਦੇ ਨਾ ਜਿਹੜੇ ਲੋਕ, ਉਹ ਗੱਡੀ ਵੱਡੀ ਦਿਸੂਗੀ, ਮਹਿੰਗੇ ਕੱਪੜੇ ਦਿਸਣਗੇ, ਪਰ ਅੰਦਰੋਂ ਹਾਲਤ ਬਹੁਤ ਮਾੜੀ ਆ। ਅਸੀਂ ਕਈ ਵਾਰ ਦੇਖਦੇ ਆ ਨਾ, ਤੁਸੀਂ ਵੀ ਖਬਰਾਂ ਹੀ ਸੁਣਦੇ ਹੋ ਨਾ, ਕਿ 12 ਮੰਜ਼ਲ ਤੋਂ ਕੁੜੀ ਨੇ ਛਾਲ ਮਾਰ ਕੇ ਸੁਸਾਈਡ ਕਰ ਗਈ। ਆ ਪਿੱਛੇ ਜੇ ਆਪਣਾ ਇੱਕ ਹੀਰੋ ਸੁਸਾਈਡ ਕਰ ਗਿਆ। ਪੈਸੇ ਦੀ ਕਮੀ ਨਹੀਂ ਸੀ, ਲੋਕਾਂ ਦੀਆਂ ਭਾਵਨਾਵਾਂ ਦਾ ਵਪਾਰ ਕਰਕੇ ਕੋਈ ਕਮੀ ਨਹੀਂ ਸੀ, ਪਰ ਅੰਦਰੋਂ ਹਾਲਤ ਬਹੁਤ ਮਾੜੀ ਸੀ। ਤੇ ਜੋ ਕੋਈ ਅੱਗੇ ਵੀ ਐਸਾ ਕਰੂਗਾ ਉਹ ਭੁਗਤੂਗਾ, ਤੇ ਜਿਹੜਾ ਲੋਕਾਂ ਨਹੀਂ ਖੜੂਗਾ ਉਹਨੂੰ ਪ੍ਰਮਾਤਮਾ ਦਾ ਅੰਦਰੋਂ ਤੁਸੀਂ ਰਾਜੇ ਹੋਣੇ ਚਾਹੀਦੇ ਹੋ। ਪੈਸੇ ਵਾਲੀ ਕਮੀ ਤਾਂ ਪ੍ਰਮਾਤਮਾ ਥੋੜ ਤੱਕ ਕਿਸੇ ਨੂੰ ਹੀ ਰਹਿਣਾ। ਇਹ ਤਾਂ ਸੋਚ ਹੈ ਕਿ ਮੈਂ ਕਾਰ ਤੇ ਆ ਕਿ ਮੈਂ ਸਾਈਕਲ ਤੇ ਆ, ਇਹ ਸੋਚ ਹੈ, ਪਰ ਅੰਦਰੋਂ ਤੁਹਾਡੀ ਭਾਵਨਾਵਾਂ ਕਿੱਥੇ ਖੜੀ ਹੈ ਇਹਦੀ ਗੱਲ ਹੈ। ਤਿੰਨੇ ਭਰਾ ਜੇ ਕਹੀਏ ਨਾ ਤਾਂ ਸਾਨੂੰ ਨੀਂਦ ਬੜੀ ਵਧੀਆ ਆਉਂਦੀ ਹੈ, ਹਨਾ। ਹਰ ਰੋਜ਼ ਜਦੋਂ ਇੱਥੋਂ ਜਾਂਦੇ ਆ ਨਾ, ਕਿਸੇ ਵੀ ਮੋਰਚੇ 'ਚ ਆਪਣਾ ਸਟੇਜ ਤੇ ਹੁੰਦੇ ਆ, ਭਾਵੇਂ ਕੁੰਡਲੀ ਹੋਈਏ, ਭਾਵੇਂ ਟਿੱਕਰੀ ਹੋਈਏ, ਗਾਜ਼ੀਪੁਰ ਹੋਈਏ, ਪਲਵਲ ਹੋਈਏ, ਸ਼ਾਹਜਹਾਂਪੁਰ ਹੋਈਏ, ਸਾਨੂੰ ਨੀਂਦ ਉਦੋਂ ਹੀ ਸਿਰਹਾਣੇ ਤੇ ਸਿਰ ਰੱਖਿਆ ਨੀਂਦ ਆ ਜਾਂਦੀ ਹੈ। ਭਾਵੇਂ 4 ਘੰਟੇ ਸੋਈਏ, 5 ਸੋਈਏ, 6 ਸੋਈਏ, ਜਿੰਨਾ ਵੀ ਸੋਈਏ, ਕਾਹਦੇ ਕਰਕੇ ਇੱਕ ਤਸੱਲੀ ਹੈ। ਜੋ ਇਸ ਵੇਲੇ ਅਸੀਂ ਪੰਜਾਬ 'ਚ ਜੰਮੇ ਆ, ਹਨਾ, ਸਾਨੂੰ ਮਾਣ ਹੈ ਕਿ ਅਸੀਂ ਪੰਜਾਬ 'ਚ ਜੰਮੇ ਆ, ਇਸ ਗੱਲ ਦੀ ਖੁਸ਼ੀ ਹੈ, ਚਾਅ ਹੈ ਸਾਨੂੰ। ਤਾਂ ਉੱਥੇ ਸਾਨੂੰ ਲੱਗਦਾ ਹੁੰਦਾ ਕਿ ਇਸ ਵੇਲੇ ਜੋ ਸਾਨੂੰ ਕਰਨਾ ਚਾਹੀਦਾ ਸੀ, ਜਾਂ ਜੋ ਸਾਥੋਂ ਮਹਾਰਾਜ ਨੇ ਕਰਵਾਉਣਾ ਸੀ, ਉਹ ਸਾਥੋਂ ਕਰਵਾ ਲਿਆ। ਉਹ ਨੇਕ ਭਾਵਨਾਵਾਂ ਸਾਡੇ ਅੰਦਰ ਮਹਾਰਾਜ ਨੇ ਰੱਖ ਰੱਖੀਆਂ। ਇਸ ਕਰਕੇ ਹਰ ਰੋਜ਼ ਕਿਸੇ ਵੀ ਚੁੱਲ੍ਹੇ ਤੇ ਬਹਿ ਕੇ ਅਸੀਂ ਉਹ ਪ੍ਰਸ਼ਾਦਾ ਛਕਦੇ ਹਾਂ, ਤਾਂ ਸਾਰੀਆਂ ਮਾਵਾਂ ਪ੍ਰਸ਼ਾਦਾ ਵੀ ਛਕਾਉਂਦੀਆਂ, ਪਰ ਪਹਿਲਾਂ 3-4 ਦੇ, ਅੱਜ ਜਿਵੇਂ ਸੋਨੀਆ ਮਾਨ ਹੈ, ਉਹ ਪਹਿਲਾਂ ਸਪੀਚ ਦੇ ਕੇ ਚਲੇ ਗਏ, ਤਾਂ ਸਾਡਾ ਪਹਿਲਾਂ ਸਿਰ ਪਲੋਸਦੀਆਂ, ਸਿਰ ਛੋਟੇ ਪੈ ਗਏ, ਹੱਥ ਵੱਧ ਗਏ। ਤਾਂ ਇਹ ਪਿਆਰ ਲੋਕ ਜਿਹੜਾ ਹੁਣ ਇਹਨਾਂ ਨੇ ਸਾਨੂੰ ਬਖਸ਼ਿਆ ਹੈ, ਇਦੋਂ ਪਹਿਲਾਂ ਵੀ ਸਾਨੂੰ ਬਹੁਤ ਮਾਣ ਸਤਿਕਾਰ ਦਿੱਤਾ ਹੈ ਸਮਾਜ ਨੇ, ਪਰ ਜਿਹੜਾ ਹੁਣ ਇਹਨਾਂ ਦੇ ਚਿਹਰਿਆਂ ਨੂੰ ਦੇਖ ਕੇ ਪਤਾ ਲੱਗਦਾ ਹੈ, ਇੱਕ ਬਰਾਗ ਹੈ ਇਹਨਾਂ ਦੇ ਅੰਦਰ, ਹਨਾ, ਇੱਕ ਭਾਵਨਾ ਹੈ, ਉਹ ਮੈਨੂੰ ਨਹੀਂ ਲੱਗਦਾ ਕਿ ਹੁਣ ਜਦੋਂ ਤੱਕ ਅਸੀਂ ਜਿਉਂਦੇ ਰਵਾਂਗੇ ਉਹ ਟੁੱਟ ਜੂਗੀ। ਇੱਕ ਐਸੀ ਸਕੀਰੀ ਪੈ ਗਈ ਸਾਡੀ ਇਹਨਾਂ ਨਾਲ, ਕਿਉਂਕਿ ਅਸੀਂ ਇੱਕੋ ਮਸਲੇ ਤੇ ਸਾਰੇ ਸਾਂਝਾ ਦਰਦ ਕਰ ਰਹੇ ਹਾਂ ਜੀ। ਹਰਪੰਜ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਜਿੱਦਾਂ ਕਿ ਭਾਜੀ ਹੋਰਾਂ ਨੇ ਕਿਹਾ ਕਿ ਜੇ ਅਸੀਂ ਨਾ ਇਹ ਅੰਦੋਲਨ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੈਨੂੰ ਲੱਗਦਾ ਕੇਂਦਰ ਸਰਕਾਰ ਨੂੰ ਜ਼ਰੂਰ ਫਰਕ ਪੈਂਦਾ, ਕਿਉਂਕਿ ਕੇਂਦਰ ਸਰਕਾਰ ਦੀ ਹਿੱਟ ਲਿਸਟ ਦੇ ਉੱਤੇ ਹੈਗੇ ਨੇ ਜਿੰਨੇ ਵੀ ਕਲਾਕਾਰ ਨੇ, ਕਿਉਂਕਿ ਕੇਂਦਰ ਸਰਕਾਰ ਇਸ ਗੱਲ ਦੀ ਜਾਂਚ ਕਰਦੀ ਪਈ ਹੈ ਕਿ ਇਹ ਨੌਜਵਾਨਾਂ ਦੇ ਵਿੱਚ ਇੰਨਾ ਜੋਸ਼ ਕਿਵੇਂ ਆ ਗਿਆ
ਤੇ ਕਿਵੇਂ ਮਤਲਬ ਕਿ ਵੱਧ ਚੜ ਕੇ ਇੱਥੇ ਪਹੁੰਚ ਰਹੇ ਨੇ, ਬੱਚੇ ਵੀ ਇੱਥੇ ਪਹੁੰਚ ਰਹੇ ਨੇ ਤੇ ਪਤਾ ਲੱਗਦਾ ਹੈ ਕਿ ਪਿੱਛੇ ਕਲਾਕਾਰਾਂ ਨੇ ਇਸ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਤੁਹਾਨੂੰ ਮੈਂ ਜਾਣਨਾ ਚਾਹੁੰਦਾ ਕਿ ਕਲਾਕਾਰਾਂ ਦੀ ਅੱਗੋਂ ਇਸ ਅੰਦੋਲਨ ਦੇ ਵਿੱਚ ਕੀ ਭੂਮਿਕਾ ਇਦਾਂ ਹੀ ਕਾਇਮ ਰਹੂਗੀ ਜੇ ਕੱਲ ਨੂੰ ਏਜੰਸੀਆਂ ਤੰਗ ਪਰੇਸ਼ਾਨ ਵੀ ਕਰਦੀਆਂ ਨੇ? ਦੇਖੋ ਬਾਈ, ਸਰਕਾਰ ਕਿਹਦੀ ਹੁੰਦੀ ਹੈ? ਸਰਕਾਰ ਨੂੰ ਵੀ ਤਾਂ ਲੋਕ ਹੀ ਚੁਣਦੇ ਨੇ ਨਾ। ਸਰਕਾਰ ਕਿਹਦੀ ਹੈ? ਲੋਕਾਂ ਦੀ ਸਰਕਾਰ ਆ ਨਾ। ਹੁਣ ਅੱਜ ਮੈਨੂੰ ਲੱਗਦਾ ਵੀ ਉਹੀ ਗੱਲ ਸਾਡੇ ਤੌਰ ਤੇ ਆ ਜਾਂਦੀ ਹੈ, ਜਿਵੇਂ ਤੁਸੀਂ ਪਹਿਲਾਂ ਵੀ ਪੁੱਛਿਆ ਕਲਾਕਾਰਾਂ ਬਾਰੇ। ਕਲਾਕਾਰ ਨੂੰ ਇੱਕ ਆਮ ਬੰਦੇ ਨੂੰ ਘਰ ਚੋਂ ਕੱਢ ਕੇ ਖਾਸ ਕੌਣ ਬਣਾਉਂਦਾ? ਲੋਕ ਬਣਾਉਂਦੇ ਨੇ, ਉਹੀ ਲੋਕ ਸਰਕਾਰ ਬਣਾਉਂਦੇ ਨੇ। ਫਿਰ ਮੈਨੂੰ ਲੱਗਦਾ ਵੀ ਜਿਹੜੀਆਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਜੇ ਸਰਕਾਰ ਜ਼ਿੰਮੇਵਾਰੀ ਤੋਂ ਭੱਜੂਗੀ ਸਰਕਾਰ ਨੂੰ ਵੀ ਸਵਾਲ ਪੁੱਛਿਆ ਜਾਊਗਾ। ਤੁਸੀਂ ਅੱਜ ਕਲਾਕਾਰ ਦੀ ਗੱਲ ਕਰੀ ਆ ਸਨੀ ਦਿਓਲ ਦੀ, ਜਦੋਂ ਕਲਾਕਾਰ ਆਪਦੀ ਭੂਮਿਕਾ ਤੋਂ ਭੱਜੂਗਾ ਤਾਂ ਕਲਾਕਾਰ ਨੂੰ ਵੀ ਸਵਾਲ ਕਰਿਆ ਜਾਊਗਾ। ਮੈਨੂੰ ਲੱਗਦਾ ਵੀ ਜਿਹੜਾ ਅਸੀਂ ਪੰਜਾਬ ਦੇ ਪੁੱਤ ਹੋਣ ਦੇ ਨਾਂ ਤੇ ਸਾਡਾ ਫਰਜ਼ ਬਣਦਾ ਸੀਗਾ, ਅਸੀਂ ਨਿਭਾ ਰਹੇ ਹਾਂ, ਅਸੀਂ ਨਿਭਾਉਂਦੇ ਰਹਾਂਗੇ। ਉਹਦੇ ਵਾਸਤੇ ਜਦੋਂ ਇੱਕ ਐਡਾ ਅੰਦੋਲਨ ਚੱਲਦਾ ਨਾ, ਜਿਹਦੇ ਵਿੱਚ ਇਹ ਤਾਂ ਹੈ ਨਹੀਂ ਵੀ ਡੀਸੀ ਦਾ ਦਫ਼ਤਰ ਘੇਰਿਆ ਹੋਇਆ, ਸਰਕਾਰ ਘੇਰੀ ਹੋਈ ਆ, ਆਪਦੀ ਚੁਣੀ ਹੋਈ ਸਰਕਾਰ ਘੇਰੀ ਹੋਈ ਆ ਕਿਤੇ ਨਾ ਕਿਤੇ ਨਾ। ਸਾਰੇ ਲੋਕਾਂ ਨੇ, ਇਕੱਲੇ ਪੰਜਾਬ ਨੇ ਨਹੀਂ, ਹਰਿਆਣੇ ਨੇ, ਸਾਰੇ ਸੂਬਿਆਂ 'ਚ ਹੋਰ ਜਿਹੜੇ ਕ੍ਰਾਂਤੀਕਾਰੀ ਲੋਕ ਆਏ ਨੇ, ਜਿਹੜੇ ਯੋਧੇ ਲੋਕ ਆਏ ਨੇ। ਸੋ ਕਿਤੇ ਨਾ ਕਿਤੇ ਪਤਾ ਕੀ ਆ ਬਾਈ, ਜਦੋਂ ਐਡੇ ਅੰਦੋਲਨ ਚੱਲਦੇ ਨੇ, ਇਦਾਂ ਦੀਆਂ ਚੀਜ਼ਾਂ ਤਾਂ ਚੱਲਣੀਆਂ ਸੁਭਾਵਿਕ ਹੀ ਨੇ। ਜੇ ਹੁਣ NIA ਦੀ ਗੱਲ ਕਰਦੇ ਆ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਨਾ, ਉਹ ਵੀ ਇਨਵੈਸਟੀਗੇਟ ਕਰਨਗੀ ਨਾ ਵੀ ਕੌਣ ਸਹੀ ਆ ਕੌਣ ਗਲਤ ਆ। ਇੱਥੇ ਕੋਈ ਅਸੀਂ ਵੀ ਨਹੀਂ ਇਸ ਚੀਜ਼ ਦਾ ਉਹ ਕਰਦੇ। ਹੁਣ ਆਪਾਂ ਉਰੇ ਬੈਠੇ ਅੰਦੋਲਨ ਕਰੀ ਜਾਂਦੇ ਨਾ, ਅੰਦੋਲਨ ਦੇ ਵਿੱਚ ਅਸੀਂ ਵੀ ਤਾਂ ਇਹ ਚੀਜ਼ ਇਨਵੈਸਟੀਗੇਟ ਰੋਜ਼ ਕਰਦੇ ਆ ਨਾ, ਵੀ ਕੋਈ ਗਲਤ ਅਨਸਰ ਨਾ ਵੜ ਜਾਣ। ਉਹਨਾਂ ਨੂੰ ਵੀ ਹੱਕ ਆ ਕਰਨ ਦਾ। ਗਰੇਵਾਲ ਸਾਹਿਬ, ਇਸ ਅੰਦੋਲਨ ਨੇ ਇਹ ਦਿਖਾ ਦਿੱਤਾ ਕਿ ਸਾਡਾ ਅਸਲ ਜਿਹੜਾ ਸੱਭਿਆਚਾਰ ਸੀ, ਸਾਡਾ ਸਮਾਜ ਸੀ, ਸਾਡਾ ਪੰਜਾਬ ਜਿਹੜਾ ਅੱਜ ਇੱਥੇ ਨਜ਼ਰ ਆਉਂਦਾ। ਤੁਸੀਂ ਸਟੇਜ ਦੇ ਉੱਤੇ ਇੱਕ ਵੱਡੀ ਗੱਲ ਆਖੀ ਕਿ ਇੱਥੇ ਸਭ ਕੁਝ ਹੈਗਾ, ਬਸ ਹੁਣ ਘਾਟ ਜਿਹੜੀ ਹੈਗੀ ਹੈ ਉਹ ਰੇਤੇ ਬਜਰੀ ਤੇ ਸਰੀਏ ਦੀ ਹੈਗੀ ਹੈ। ਉਹ ਘਾਟ ਮਹਿਸੂਸ ਕਿਉਂ ਹੋ ਰਹੀ ਹੈ ਤੁਹਾਨੂੰ? ਨਹੀਂ, ਉਹ ਘਾਟ ਨਹੀਂ ਮਹਿਸੂਸ ਹੋ ਰਹੀ। ਉਹ ਤਾਂ ਇੱਕ ਜਿਵੇਂ ਚਰਚਾ ਕਰਦੇ ਆਪਾਂ, ਕਿਉਂਕਿ ਸਾਰੇ ਪਿੰਡਾਂ 'ਚੋਂ ਆਏ ਆ, ਆਪਣੇ ਘਰਾਂ 'ਚੋਂ ਆਏ ਆ ਸਾਰੇ। ਇੱਥੇ ਆ ਕੇ ਜਿਵੇਂ ਸੜਕ ਤੇ ਬਹਿ ਗਏ ਪਹਿਲੇ ਦਿਨ 26 ਨਵੰਬਰ ਨੂੰ, ਸਾਰੇ ਸੜਕ ਤੇ ਬਹਿ ਗਏ, ਤਾਂ ਹੌਲੀ ਹੌਲੀ ਦੇਖੋ ਕੈਸੀ ਕਲਾ ਵਰਤੀ ਹੈ ਕਿ ਅੱਜ ਉਹ ਗੱਲ ਕਰਦੇ ਸੀ ਕਿ ਕੋਈ ਚੀਜ਼ ਹੀ ਨਹੀਂ ਐਸੀ, ਕੋਈ ਖਾਣ ਵਾਲੀ ਐਸੀ ਚੀਜ਼ ਹੈ ਨਹੀਂ, ਕੋਈ ਪਹਿਨਣ ਵਾਲੀ ਚੀਜ਼ ਹੈ ਨਹੀਂ ਕੋਈ ਐਸੀ, ਹੈ ਨਾ, ਕੋਈ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ 'ਚ ਸਾਡੇ ਘਰਾਂ 'ਚ ਹੁੰਦੀ ਹੈ, ਕੋਈ ਰਸੋਈ ਦੀ ਚੀਜ਼ ਹੈ, ਕਿਤੋਂ ਦੀ ਵੀ ਚੀਜ਼ ਹੈ, ਤਾਂ ਉਹ ਸਾਰੀਆਂ ਚੀਜ਼ਾਂ ਇੱਥੇ ਆ ਗਈਆਂ। ਭੇਜੀਆਂ ਕਿਹਨੇ? ਮਹਾਰਾਜ ਨੇ ਭੇਜੀਆਂ। ਕਿਹਦੇ ਥਰੂ ਭੇਜੀਆਂ? ਸਾਡੇ ਸੱਜਣਾ ਪੁਰਸ਼ਾਂ ਸਭ ਦੇ ਥਰੂ ਭੇਜੀਆਂ। ਕੋਈ ਬਾਹਰਲੇ ਮੁਲਕਾਂ ਦੇ ਸਾਡੇ NRI ਭਰਾ ਨੇ, ਉਹਨਾਂ ਨੇ ਸਾਰੇ ਮੁਲਕਾਂ 'ਚੋਂ ਆਪਦੀ ਜੀ ਜਾਨ ਲਾਤੀ ਹੈ ਨਾ, ਇੰਨੀ ਸੇਵਾ ਕੀਤੀ ਹੈ, ਜਾਂ ਇੱਥੇ ਸਾਡੇ ਸੂਬਿਆਂ 'ਚੋਂ ਆਈ ਹੈ। ਉਹ ਤਾਂ ਇੱਕ ਗੱਲ ਸੀ ਕਿ ਹੁਣ ਰਹਿ ਕੀ ਗਿਆ? ਹੋਰ ਹੁਣ ਤਾਂ ਇਕੱਲੇ ਘਰ ਰਹਿ ਗਏ। ਉਹ ਛਤਲੇ ਤਾਂ ਸਾਰੀ ਕਹਾਣੀ ਪੂਰੀ ਹੈ। ਉਹ ਤਾਂ ਇਹ ਸੀ ਕਿ ਕਿੰਨੇ ਦਿਲ ਵੱਡੇ ਆ ਸਾਡੇ ਲੋਕਾਂ ਦੇ। ਉਹ ਤਾਂ ਕਿਤੇ ਨਾ ਕਿਤੇ ਗੱਲ ਪਤਾ ਕੀ ਸੀ ਵੀ ਅੰਦੋਲਨ ਦੀ ਮੁਕੰਮਲਤਾ ਨੂੰ ਦੱਸਦੀ ਸੀ ਗੱਲ। ਉਹ ਕਿਤੇ ਨਾ ਕਿਤੇ ਪਤਾ ਕੀ ਆ ਵੀ ਹੁਣ ਅੰਦੋਲਨ ਮੁਕੰਮਲ ਹੋ ਗਿਆ, ਸਾਨੂੰ ਤਾਂ ਯਾਰ ਕੋਈ ਘਾਟ ਰੜਕਦੀ ਨਹੀਂ, ਹੁਣ ਤਾਂ ਆਹੀ ਰਹਿ ਗਈਆਂ। ਮਤਲਬ ਕਹਿਣ ਤੋਂ ਭਾਵ ਜਿਹੜਾ ਮਤਲਬ ਪੱਖ ਸੀਗਾ ਉਸ ਚੀਜ਼ ਦਾ ਇਹ ਸੀਗਾ ਵੀ ਸਾਡਾ ਅੱਜ ਅੰਦੋਲਨ ਸਿਖਰ ਦੇ ਉੱਤੇ ਆ, ਮੁਕੰਮਲ ਅੰਦੋਲਨ ਆ ਜੋ ਹੁੰਦਾ, ਇੱਕ ਪਰਿਭਾਸ਼ਾ ਹੁੰਦੀ ਹੈ ਜੋ ਅੰਦੋਲਨ ਦੀ। ਗਰੇਵਾਲ ਸਾਹਿਬ, ਤੁਹਾਡੀ ਦੂਰਦ੍ਰਿਸ਼ਟੀ ਕੀ ਕਹਿੰਦੀ ਹੈ? ਕਿਉਂਕਿ ਅੰਦੋਲਨ ਇਸ ਭਾਰਤ ਦੇ ਵਿੱਚ ਪਹਿਲਾਂ ਵੀ ਬਹੁਤ ਹੋਏ ਨੇ ਤੇ ਤਾਰ-ਪੀੜੋ ਵੀ ਕਰ ਦਿੱਤੇ ਗਏ ਕਈ ਅੰਦੋਲਨ, ਤੇ ਪਰ ਇਦਾਂ ਦਾ ਅੰਦੋਲਨ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਇਆ ਔਰ ਇੰਨਾ ਲੰਮਾ ਚੱਲਿਆ ਹੋਇਆ ਅੰਦੋਲਨ। ਕੀ ਪੈਣਾ ਛੱਡ ਕੇ ਜਾਊਗਾ ਇਹ ਅੰਦੋਲਨ? ਕੀ ਵੱਡੇ ਬਦਲਾਅ ਨਜ਼ਰ ਆਉਣਗੇ? ਜੇ ਪਹਿਲੀ ਵਾਰੀ ਹੋਇਆ ਤਾਂ ਮੰਨਣਾ ਪੈਣਾ ਵੀ ਫਿਰ ਇਹ ਕੁਝ ਕਰਕੇ ਜਾਊਗਾ। ਕਿਉਂਕਿ ਜੇ ਇਹ ਲੱਗਦਾ ਹੈ, ਇਹਦੀ એનર્ਜੀ ਐਸੀ ਹੈ, ਇਹਦਾ ਔਰਾ ਹੀ ਐਸਾ ਇਸ ਮੋਰਚੇ ਦਾ। ਇੱਥੇ ਨਾ ਉਹ ਗੱਲ ਕਿਸੇ ਦੇ ਜ਼ਿਹਨ 'ਚ ਹੈ ਹੀ ਨਹੀਂ। ਤੁਸੀਂ ਸਾਨੂੰ ਤਿੰਨੇ ਭਰਾਵਾਂ ਨੂੰ ਛੱਡੋ, ਇੱਥੇ ਕਿਸੇ ਨੂੰ ਵੀ ਪੁੱਛ ਲਓ। ਵੈਸੇ ਤੁਸੀਂ ਹਰ ਰੋਜ਼ ਪੁੱਛਦੇ ਹੀ ਹੋਵੋਗੇ ਕਿਉਂਕਿ ਤੁਹਾਡਾ ਗਰਾਊਂਡ ਤੇ ਕੰਮ ਸਾਡੇ ਨੂੰ ਜ਼ਿਆਦਾ ਹੁੰਦਾ ਹੈ, ਤਾਂ ਕਿਸੇ ਦੀ ਜ਼ੁਬਾਨ 'ਚ ਹੈ ਹੀ ਨਹੀਂ। ਉਹ ਤਾਂ ਬਿਲਕੁਲ ਹੀ ਹੈ ਨਹੀਂ ਵੀ ਹਾਰ ਕੇ ਜਾਵਾਂਗੇ, ਆਏ ਵੀ ਨਹੀਂ ਕੋਈ ਵੀ ਸੌਦਾ ਕਰਾ ਕੇ ਜਾਵਾਂਗੇ। ਰੱਦ ਹੀ ਹੋਣਗੇ ਇਹ ਬਿੱਲ, ਰੱਦ ਹੋਣੇ ਹੈ ਔਰ ਡੈਫੀਨੇਟ ਹੋਣੇ ਹੈ। ਹਾਂ, ਸਮੇਂ ਦੀ ਕੋਈ ਸੀਮਾ ਨਹੀਂ ਹੈ। ਸਾਡੇ ਅੰਦਾਜ਼ੇ ਬਹੁਤ ਛੋਟੇ ਹੋ ਸਕਦੇ, ਬਾਉਣੇ ਹੋ ਸਕਦੇ ਆ। ਸਾਡੇ ਨਾਲੋਂ ਇਹ ਹੈ ਕਿ ਹੋਰ ਜਿਹੜੇ ਵਿਦਵਾਨ ਲੋਕ ਇੱਥੇ ਆਪਦਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਆ, ਉਹਨਾਂ ਨੂੰ ਵੱਧ ਪਤਾ ਹੈ। ਜਥੇਬੰਦੀਆਂ ਜਿਹੜੀਆਂ ਸਾਡੇ ਬਜ਼ੁਰਗ ਆ 50-50 ਸਾਲਾਂ ਦੇ ਲੱਗੇ, ਉਹਨਾਂ ਨੂੰ ਹੋਰ ਵੱਧ ਪਤਾ ਹੈ। ਜਿਹੜੇ ਮੀਟਿੰਗਾਂ 'ਚ ਜਾਂਦੇ ਆ ਉਹਨਾਂ ਨੂੰ ਹੋਰ ਵੱਧ ਪਤਾ ਹੈ। ਟਾਈਮ ਕਿੰਨਾ ਵੀ ਲੱਗ ਸਕਦਾ, ਪਰ ਜਿਹੜੀ ਨੀਅਤ ਨਾਲ ਬੈਠੇ ਆ ਇੱਥੇ ਸਾਰੇ ਸਾਡੇ ਪਰਿਵਾਰ, ਤਾਂ ਇਹ ਰੱਦ ਹੋ ਕੇ ਹੀ ਜਾਣਗੇ। ਔਰ ਉਸ ਤੋਂ ਬਾਅਦ ਵੀ ਇੱਕ ਗੱਲ ਹੋਰ ਵੀ ਹੈ, ਜਿਸ ਦਿਨ ਰੱਦ ਹੋਣਗੇ ਉਸ ਤੋਂ ਬਾਅਦ ਵੀ ਇਹ ਨਾ ਸਮਝ ਲਓ ਕਿ ਇਹ ਲੋਕ ਚਲੇ ਜਾਣਗੇ। ਇਹ 4-5 ਦਿਨ ਰੁਕਣਗੇ। ਸਾਡੀ ਨੌਜਵਾਨੀ ਆਮ ਗੱਲਾਂ ਕਰਦੀ ਹੈ ਕਿ ਬਜ਼ੁਰਗਾਂ ਨੂੰ ਭੇਜ ਦਾਂਗੇ, ਮਾਵਾਂ ਨੂੰ ਭੇਜ ਦਾਂਗੇ, ਭੈਣਾਂ ਨੂੰ ਭੇਜ ਦਾਂਗੇ। ਅਸੀਂ ਸਾਰੇ 4-5 ਦਿਨ ਇੱਥੇ ਪ੍ਰੋਪਰ ਕਲੀਨਿੰਗ ਕਰਕੇ ਜਾਵਾਂਗੇ। ਇੱਥੇ ਜਿਵੇਂ ਕੋਈ ਤਰਪਾਲ ਲਾ ਕੇ ਕੋਈ ਮੇਖਾਂ ਕੱਢੀਆਂ ਵੀਆਂ, ਉਹ ਮੇਖਾਂ ਕੱਢ ਕੇ ਜਾਵਾਂਗੇ। ਜਿੰਨਾ ਡਿਸਪੋਜ਼ਲ ਪਿਆ ਸਾਰਾ ਕਲੀਨ ਕਰਕੇ ਜਾਵਾਂਗੇ। ਸੋ ਇਹ ਵੀ ਇੱਥੇ ਚਰਚਾ ਚੱਲੀ ਜਾਂਦੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਅੰਦੋਲਨ ਕੀ ਪੈੜਾ ਛੱਡ ਕੇ ਜਾਊਗਾ? ਵੱਡੇ ਬਦਲਾਅ ਸਾਡੇ ਦੇਸ਼ ਦੇ ਵਿੱਚ ਕੀ ਨਜ਼ਰ ਆਉਣਗੇ? ਕਿਉਂਕਿ ਸਵਾਲ ਤਾਂ ਬਹੁਤ ਸਾਰੇ ਅੱਜ ਉੱਠ ਰਹੇ ਨੇ। ਬਹੁਤ ਸਾਰੀਆਂ ਵੰਡ-ਪਾਊ ਤਾਕਤਾਂ ਹੈਗੀਆਂ ਸਾਡੇ ਦੇਸ਼ ਦੇ ਵਿੱਚ, ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਤੁਸੀਂ ਸਟੇਜ ਤੋਂ ਬਾਕਾਇਦਾ ਤੌਰ ਤੇ ਅੱਜ ਭਾਈਚਾਰਕ ਜਿਹੜੀ ਸਾਂਝ ਇੱਥੇ ਵੱਧ ਰਹੀ ਹੈ ਉਸ ਦਾ ਵੀ ਜ਼ਿਕਰ ਕੀਤਾ ਹੈਗਾ, ਤੇ ਨਾਲ EVM ਮਸ਼ੀਨਾਂ ਦੇ ਉੱਤੇ ਵੀ ਸਵਾਲ ਲਗਾਤਾਰ ਉੱਠ ਰਹੇ ਨੇ। ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੋਟ ਪਾਉਂਦੇ ਕਿੱਧਰ ਆ, ਜਾਂਦੇ ਕਿੱਧਰ ਨੇ। ਬਹੁਤ ਸਾਰੇ ਲੋਕ ਬੋਲਦੇ ਵੀ ਨੇ, ਪਰ ਕਲਾਕਾਰਾਂ ਤੋਂ ਲੋਕਾਂ ਨੂੰ ਵੱਡੀ ਉਮੀਦ ਹੁੰਦੀ ਹੈ। ਆਉਣ ਵਾਲੇ ਸਮੇਂ ਤੁਹਾਨੂੰ ਲੱਗਦਾ ਹੈ ਕਿ ਕਲਮ ਇਸ ਦਿਸ਼ਾ ਵੱਲ ਵੀ ਮੁੜੇਗੀ ਜਿਹੜੀਆਂ ਇਸ ਵੇਲੇ ਕਰੂਤੀਆਂ ਨਜ਼ਰ ਆ ਰਹੀਆਂ ਨੇ ਸਮਾਜ ਦੇ ਵਿੱਚ?
ਦੇਖੋ ਪ੍ਰਾਪਤੀਆਂ ਤਾਂ ਜਿਵੇਂ ਬਹੁਤ ਹੋ ਗਈਆਂ, ਜਿਹੜੀ ਅਗਲੀ ਦਿਸ਼ਾ ਨਾ ਇਹ ਅੰਦੋਲਨ ਜਿੱਤਣ ਤੋਂ ਬਾਅਦ ਮੈਂ ਦਾਅਵੇ ਨਾਲ ਕਰ ਸਕਦਾ, ਦਾਅਵੇ ਨਾਲ ਇਹ ਗੱਲ ਕਹਿਣਾ, ਅਗਲਾ ਅੰਦੋਲਨ EVM ਮਸ਼ੀਨ ਤੇ ਹੋਊਗਾ। ਉਹ ਰੱਦ ਕਰਕੇ ਜਿਹੜੇ ਬੈਲਟ ਪੇਪਰ ਨਾਲ ਜਿਵੇਂ ਪਹਿਲਾਂ ਇਲੈਕਸ਼ਨ ਹੁੰਦਾ ਸੀ ਉਹ ਹੋਊਗਾ, ਉਹ ਅੰਦੋਲਨ ਹੋਊਗਾ ਔਰ ਉਹ ਬਹੁਤ ਵੱਡੀ ਕ੍ਰਾਂਤੀ ਹੋਊਗੀ। ਉਸ ਤੋਂ ਬਾਅਦ ਜਿਹੜਾ ਸਾਡਾ ਲੋਕਤੰਤਰ ਹੈ ਨਾ ਐਕਚੁਅਲੀ ਜੋ ਚੱਲਦਾ ਸੀ ਉਹ ਚੱਲੂਗਾ ਔਰ ਅੱਛੇ ਚਿਹਰੇ ਆਉਣਗੇ, ਕਿਉਂਕਿ ਨੌਜਵਾਨੀ ਦੇ ਜਾਗਣ ਦੀ ਗੱਲ ਸੀ ਔਰ ਉਹ ਹੋਣਾ ਵੀ ਜ਼ਰੂਰੀ ਚਾਹੀਦਾ ਔਰ ਹੋਊਗਾ। ਦੇਖ ਲਿਓ, ਕਿਉਂਕਿ ਮੈਂ ਪੋਲੀਟੀਕਲੀ ਜਿਹੜੀ ਅਵੇਅਰਨੈਸ ਦੇਖੀ ਨਾ ਨੌਜਵਾਨੀ 'ਚ, ਉਹ ਇਹੀ ਚੀਜ਼ ਭਾਲਦੀ ਹੈ। ਸਭ ਤੋਂ ਪਹਿਲਾਂ ਸਟੈਪ ਹੀ ਇਹ ਭਾਲਦੀ ਹੈ ਕਿ ਸਾਨੂੰ ਜਿਹੜੀਆਂ ਕੰਟਰੀਜ਼ ਨੇ EVM ਬਣਾਈ ਹੈ, ਜਦੋਂ ਉਹ ਉਹਨਾਂ ਨਾਲ ਇਲੈਕਸ਼ਨ ਨਹੀਂ ਕਰਾਉਂਦੇ ਫਿਰ ਅਸੀਂ ਕਿਉਂ? ਅਪੀਲ ਤਾਂ ਪਾਈ ਸੀ ਨਾ, ਹਾਂ, ਸੁਪਰੀਮ ਕੋਰਟ ਨੇ ਰੱਦ, ਉਹ ਮੇਰੇ ਖਿਆਲ ਚ ਰੱਦ ਕਰਤੀ ਲਾਸਟ ਵੀਕ। ਤੁਹਾਨੂੰ ਲੱਗਦਾ ਹੈ ਕਿ ਇਸ ਨਾਲ ਇੱਕ, ਕਿਉਂਕਿ ਇਸ ਵੇਲੇ ਸਾਡੀ ਜਿਹੜੀ ਸਿਆਸਤ ਹੈਗੀ ਬਹੁਤ ਗੰਦਲੀ ਹੋ ਚੁੱਕੀ ਹੈ, ਵੱਡੇ ਵੱਡੇ ਜਿਹੜੇ ਅਪਰਾਧੀ ਹੈਗੇ ਨੇ ਉਹ ਪਾਰਲੀਮੈਂਟਾਂ ਦੇ ਵਿੱਚ ਬੈਠੇ ਹੋਏ ਨੇ ਤੇ ਮੋਦੀ ਸਰਕਾਰ ਨੇ ਵਾਅਦਾ ਕੀਤਾ ਜੀ ਫਾਸਟ ਟਰੈਕ ਬਣਾਵਾਂਗੇ ਅਦਾਲਤਾਂ, ਸਾਰੇ ਅਪਰਾਧੀ ਬਾਹਰ ਕੱਢ ਕੇ ਮਾਰਾਂਗੇ। ਹੋਇਆ ਇਸ ਦੇ ਉਲਟ, ਹੋਰ ਜ਼ਿਆਦਾ ਅਪਰਾਧੀ ਜਿਹੜੇ ਪਾਰਲੀਮੈਂਟਾਂ ਵਿੱਚ ਪੁੱਜ ਗਏ ਨੇ। ਲੱਗਦਾ ਹੈ ਕਿ ਸਿਆਸਤ ਦੇ ਵਿੱਚ ਵੀ ਇਸ ਨਾਲ ਸੁਧਾਰ ਆਊਗਾ, ਆਉਣ ਵਾਲੇ ਸਮੇਂ 'ਚ ਚੰਗੇ ਜਿਹੜੇ ਸਿਆਸਤਦਾਨ ਨੇ ਉਹ ਚੁਣ ਕੇ ਲੋਕ ਪਾਰਲੀਮੈਂਟਾਂ ਵਿੱਚ ਭੇਜਣਗੇ। ਜਿਹੜੇ ਛੱਪੜ 'ਚੋਂ ਗਾਰ ਥੱਲਿਓਂ ਕੱਢ ਕੇ ਰਾਜਨੀਤਿਕ ਲੋਕਾਂ ਦੇ ਰੂਪ 'ਚ ਛੱਪੜ ਗੰਧਲਾ ਹੋ ਗਿਆ ਸੀ ਨਾ, ਉਹ ਗਾਰ ਹੁਣ ਥੱਲੇ ਬਿਠਾਤੀ ਲੋਕਾਂ ਨੇ, ਹੁਣ ਪਾਣੀ ਫਿਰ ਨਿੱਤਰ ਗਿਆ ਔਰ ਇਹ ਨਿੱਤਰ ਕੇ ਹੁਣ ਛਾਨਣੇ 'ਚ ਜਿਵੇਂ ਆਪਣਾ ਪੁਣੀ ਪੁਣਦੇ ਆ ਨਾ, ਉਹ ਪੁਣੀ ਕੱਢ ਕੇ ਗੰਦ ਸੁੱਟ ਕੇ ਬਾਹਰ, ਇਹ ਹੁਣ ਛੱਪੜ ਪਵਿੱਤਰ ਸਰੋਵਰ ਬਣੂਗਾ ਆਉਣ ਵਾਲੇ ਰੂਪ 'ਚ। ਆਸ ਹੈ, ਉਮੀਦ ਹੈ, ਅਰਦਾਸ ਹੈ ਔਰ ਹੋਊਗਾ। ਮੇਰਾ ਆਖਰੀ ਸਵਾਲ ਤੁਹਾਨੂੰ, ਭਾਰਤ ਦੇ ਮੀਡੀਆ ਦੇ ਇੱਕ ਹਿੱਸੇ ਉੱਤੇ ਬੜੇ ਵੱਡੇ ਸਵਾਲ ਉੱਠੇ ਨੇ, ਖਾਸ ਤੌਰ ਤੇ ਕਲਾਕਾਰਾਂ ਨੇ ਆਪਣੇ ਸੰਗੀਤ ਗੀਤ ਦੇ ਵਿੱਚ ਵੀ ਉਸ ਦਾ ਜ਼ਿਕਰ ਕੀਤਾ ਹੈਗਾ ਤੇ ਉਸ ਨਾਲ ਪੂਰੇ ਵਿਸ਼ਵ ਦੇ ਵਿੱਚ ਇਸ ਨੂੰ ਲੈ ਕੇ ਭਾਰਤ ਦੀ ਬਦਨਾਮੀ ਵੀ ਹੋਈ ਹੈ। ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਮੀਡੀਆ ਦਾ ਇੱਕ ਹਿੱਸੇ ਉੱਤੇ ਅੱਜ ਸਵਾਲ ਕਿਉਂ ਉੱਠੇ? ਦੇਖੋ ਭਾਈ, ਸਰਕਾਰ ਹੁੰਦੀ ਹੈ ਨਾ ਜਿਹੜੀ, ਕਿਤੇ ਨਾ ਕਿਤੇ ਜਦੋਂ ਉਹਨਾਂ ਦਾ ਮਤਲਬ ਪ੍ਰੋਪੋਗੈਂਡਾ ਹੁੰਦਾ, ਤੁਸੀਂ ਦੇਖਿਆ ਹੋਊਗਾ ਇਦੋਂ ਪਹਿਲਾਂ ਜਦੋਂ ਆਪਾਂ ਵਰਲਡ ਦੀ ਰਾਜਨੀਤੀ ਦੀ ਪੋਲਿਟਿਕਸ ਦੀ ਗੱਲ ਕਰਦੇ ਆ ਨਾ, ਸਭ ਤੋਂ ਜਿਹੜੀ ਮਤਲਬ ਮੈਨੂੰ ਲੱਗਦਾ ਵੀ ਅਸਰਦਾਰ ਥਿਉਰੀ ਜਿਹੜੀ ਦਿੱਤੀ ਆ ਨਾ, ਉਹ ਗ੍ਰੈਮਸਕੀ ਨੇ ਦਿੱਤੀ ਆ ਨਾ, ਜਿਹੜਾ ਇਟਾਲੀਅਨ ਫਿਲਾਸਫਰ ਹੈ ਨਾ। ਉਹ ਕੀ ਕਹਿੰਦਾ? ਉਹ ਕਹਿੰਦਾ ਵੀ ਜਦੋਂ ਸਰਕਾਰ ਲੋਕਾਂ ਨੂੰ ਕੰਟਰੋਲ ਕਰਦੀ ਹੈ ਇਨਡਾਇਰੈਕਟਲੀ, ਕਿਵੇਂ? ਜਦੋਂ ਮੀਡੀਆ ਦੇ ਉੱਤੇ ਕਾਬਜ਼ ਹੁੰਦੀ ਹੈ, ਜਿਹੜੇ ਸੋਰਸ ਲੋਕਾਂ ਦੇ ਨੇ ਉਹ ਸੋਰਸ ਦੇ ਵਿੱਚ ਦੀ ਇਹ ਚੀਜ਼ ਪ੍ਰਚਾਰੀ ਜਾਂਦੀ ਹੈ ਵੀ ਇਹ ਠੀਕ ਨੇ, ਵੀ ਸਰਕਾਰ ਠੀਕ ਆ, ਉਹਨਾਂ ਦਾ ਚੰਗਾ ਚਿਹਰਾ ਅੱਗੇ ਲਿਆਂਦਾ ਜਾਂਦਾ ਸਾਰੇ ਸੋਰਸਾਂ ਦੁਆਰਾ ਨਾ। ਅੱਜ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹੀ ਮੀਡੀਆ ਤੇ ਸਭ ਤੋਂ ਵੱਡੀ ਜਿੱਤ ਸਾਡੇ ਅੰਦੋਲਨ ਦੀ ਇਸੇ ਚੀਜ਼ ਨੂੰ ਮੰਨਦੇ ਹਾਂ ਅਸੀਂ। ਜਦੋਂ ਤੁਸੀਂ ਐ ਮੰਨ ਲਓ, ਪਹਿਲਾਂ ਤਾਂ ਕੀ ਹੁੰਦਾ ਵੀ ਇੱਕ ਅਧਿਆਪਕ ਪੜ੍ਹਾ ਰਿਹਾ, ਉਹਦੇ ਵਿੱਚ ਸਟੂਡੈਂਟ ਬੈਠੇ ਸੁਣ ਰਹੇ ਨੇ ਨਾ, ਉਹਨਾਂ ਦੇ ਵਿੱਚੋਂ ਪਹਿਲਾਂ ਤਾਂ ਸਟੂਡੈਂਟਾਂ ਨੂੰ ਇਹ ਪਤਾ ਲੱਗਣਾ ਜ਼ਰੂਰੀ ਆ ਨਾ ਵੀ ਇਹ ਸਾਨੂੰ ਗਲਤ ਪੜ੍ਹਾ ਰਿਹਾ। ਗਲਤ ਪੜ੍ਹਾਉਣ ਤੋਂ ਬਾਅਦ ਉੱਠਣਗੇ, ਉੱਠਣ ਤੋਂ ਬਾਅਦ ਬਾਹਰ ਗੱਲਾਂ ਬਾਤਾਂ ਕਰਨਗੇ, ਕਲਾਸ ਤਾਂ ਉਹਦੀ ਫੇਰ ਹੀ ਪੱਟੀ ਜਾਊਗੀ ਨਾ। ਹੁਣ ਤੁਸੀਂ ਇਹ ਹਿਸਾਬ ਲਾ ਲਓ, ਅੱਜ ਬਾਹਰ ਨਿਕਲਿਆ ਇਹ ਸਾਰੇ ਕਲਾਸ ਤੋਂ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਗਈਆਂ, ਹੁਣ ਇਹਨਾਂ ਦੀ ਜਿਹੜੀ ਕਲਾਸ ਆ ਨਾ, ਹੁਣ ਉਹਦੀ ਜੜ ਪੱਟੀ ਜਾਊਗੀ। ਇਸ ਤੋਂ ਬਾਅਦ ਫਿਰ ਅਧਿਆਪਕ ਬਦਲਣਗੇ, ਚੰਗੇ ਸਮਾਜ ਦੀ ਸਿਰਜਣਾ ਹੋਊਗੀ। 26 ਤਰੀਕ ਨੂੰ ਪਰੇਡ ਹੈਗੀ ਹੈ, ਉਸ ਨੂੰ ਲੈ ਕੇ ਕੋਈ ਨੌਜਵਾਨਾਂ ਨੂੰ ਤੁਸੀਂ ਪਹਿਲਾਂ ਕੋਈ ਅਪੀਲ ਕਰਨਾ ਚਾਹੋਗੇ? ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਹੈਗੇ ਨੇ 26 ਜਨਵਰੀ ਦੀ ਗਣਤੰਤਰ ਦਿਵਸ ਨੂੰ, ਕਿਸਾਨ ਪਰੇਡ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈਗੇ ਨੇ। ਭਰਾ ਸਾਡੇ ਸਿਆਣੇ ਆ, ਜਾਣੀ ਨੌਜਵਾਨੀ 'ਚ ਵੀ ਪੀੜ੍ਹੀਆਂ ਸਮਝਦਾ ਮੈਂ, ਕਿਉਂਕਿ ਕਈ ਹੁਣ ਸਾਡੀ ਉਮਰ ਦੇ ਆ ਜਿਹੜੇ 35 ਦੇ ਆਸੇ-ਪਾਸੇ ਵਾਲੇ ਆ, ਕਈ ਨੌਜਵਾਨ 30 ਤੋਂ ਥੱਲੇ 25 ਦੇ ਵਿਚਾਲੇ ਵਾਲੇ ਆ, ਉੱਥੇ ਵੀ ਸੁਭਾਅ ਕੁਛ ਹੋਰ ਹੁੰਦਾ। ਕਈ ਫਿਰ 20 ਤੋਂ ਥੱਲੇ ਵਾਲੇ ਆ ਜਿਹੜੇ ਮੰਨ ਲਓ 15 ਤੋਂ 18 19 20 ਜਿਹੜੇ ਮੁੱਛ ਫੁੱਟ ਜੇ ਹੁੰਦੇ ਆ, ਤਾਂ ਤਿੰਨਾਂ ਦੇ ਸੁਭਾਵਾਂ 'ਚ ਫਰਕ ਹੁੰਦਾ ਹੈ। ਪਰ ਹੁਣ ਇੱਥੇ ਨਾ ਕੋਲੈਬੋਰੇਸ਼ਨ ਇਦਾਂ ਦੀ ਬਣ ਗਈ ਕਿ ਜਿਹੜੇ 35 ਵਾਲੇ ਆ ਉਹਨਾਂ ਤੋਂ 25 ਵਾਲੇ ਬਾਹਰ ਨਹੀਂ, ਜਿਹੜੇ 25 ਵਾਲੇ ਆ ਉਹ ਉਹਨਾਂ ਤੋਂ 18 ਵਾਲੇ ਬਾਹਰ ਨਹੀਂ। ਸੋ ਇਸ ਕਰਕੇ ਮਾਊਥ ਟੂ ਮਾਊਥ ਜਿਹੜੀ ਡਿਸਕਸ਼ਨ ਹੋਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕੰਮ ਕਰ ਜੂਗੀ। ਜੇ ਲੱਗਦਾ ਵੀ ਹੋਇਆ ਕੋਈ ਮਾੜਾ ਮੋਟਾ ਕਿ ਜਿਹੜੀ ਕਿਸੇ ਅਨਡਿਸਪਲਿਨਡ ਵੇ ਨਾਲ ਖੇਡ ਜੀ ਅਸੀਂ 26 ਨੂੰ, ਮੈਨੂੰ ਲੱਗਦਾ ਨਹੀਂ ਕਿਤੇ ਗੁੰਜਾਇਸ਼ ਹੈਗੀ ਆ। ਬਾਕੀ ਆ ਪ੍ਰੋਗਰਾਮ ਹੈ ਇੱਥੇ, ਹੁਣ ਜਿਵੇਂ ਅੱਜ ਗੱਲ ਬਹੁਤ ਸੋਹਣਾ ਬੋਲ ਕੇ ਆਇਆ, ਸਾਰੀਆਂ ਗੱਲਾਂ ਮੇਰੇ ਖਿਆਲ 'ਚ ਕਲੀਅਰ ਕਰਿਆ, ਹਰਪ ਗਿਆ, ਜਿਹੜੀ ਕਸਰ ਰਹਿੰਦੀ ਸੀ ਇਹਨੇ ਕਰਤੀ ਸਾਰੀ। ਤਾਂ ਇਹੀ ਹੁਣ ਚੈਨਲਾਂ ਥਰੂ ਜਦੋਂ ਜਾਊਗਾ, ਸੰਗੀਤ 'ਚ ਗੁੰਨ ਕੇ ਜਿਹੜਾ ਮੈਸੇਜ ਮਿਲਿਆ ਉਹਨੂੰ ਲੋਕ ਛੇਤੀ ਸੁਣ ਲੈਂਦੇ ਆ, ਉਹ ਸਾਰੀਆਂ ਗੱਲਾਂ ਚੱਲੀਆਂ ਜਾਣਗੀਆਂ। ਤੇ ਬਾਕੀ ਮੈਨੂੰ ਨਹੀਂ ਲੱਗਦਾ, ਬਾਕੀ ਪੰਜਾਬ 'ਚ ਵੀ ਟੀਮਾਂ ਫਿਰਦੀਆਂ, ਸਾਡੇ ਨੌਜਵਾਨ ਭਰਾ ਉੱਥੇ ਵੀ ਹੋਕੇ ਦਿੰਦੇ ਫਿਰਦੇ ਆ, ਇੱਥੇ ਵੀ ਹੈ ਹਨਾ, ਮੀਡੀਆ ਥਰੂ ਜਾ ਰਹੀਆਂ। ਮੈਨੂੰ ਲੱਗਦਾ ਕਿ ਹੁਣ ਲੱਗਦਾ ਨਹੀਂ ਕਿ ਕੋਈ ਕਿਤਾਬ ਬਿਲਕੁਲ ਹੀ ਨਹੀਂ ਖੁੱਲੀ, ਸਾਰੀਆਂ ਕਿਤਾਬਾਂ ਦੇ ਪੰਨੇ ਮੈਨੂੰ ਲੱਗਦਾ ਕਿ ਅੱਧ ਵਿਚੱਧ ਦਾ ਪੜ੍ਹੀ ਬੈਠੇ ਸਾਡੇ ਨੌਜਵਾਨ, ਜਿਹੜੇ ਰਹਿੰਦੇ ਆ ਉਹ ਰਹਿੰਦੇ ਮੋਰਚੇ 'ਚ ਪੜ੍ਹ ਲਾਂਗੇ ਸਾਰੇ। ਆਖਰੀ ਸਵਾਲ ਮੇਰਾ, ਸਿੰਘੂ ਬਾਰਡਰ ਉੱਤੇ ਆਖਰੀ ਸਵਾਲ ਮੇਰਾ, ਸਿੰਘੂ ਬਾਰਡਰ ਦੇ ਉੱਤੇ ਹੁਣ ਤੁਸੀਂ ਦੁਬਾਰਾ ਕਦੋਂ ਨਜ਼ਰ ਆਓਗੇ, ਕਿਹੜੇ ਦਿਨ? ਅਸੀਂ ਕੱਲ ਨੂੰ ਹੁਣ ਪ੍ਰੋਗਰਾਮਾਂ ਦੀ ਇੱਕ ਸੀਰੀਜ਼ ਹੈਗੀ ਸਾਡੀ, ਜਿਵੇਂ ਅੱਜ 18 ਤਰੀਕ 'ਚ ਬੈਠੇ ਆਪਾਂ ਇੱਥੇ ਸੀ, 19 ਨੂੰ ਅਸੀਂ ਕੱਲ ਨੂੰ ਗਾਜ਼ੀਪੁਰ ਹੋਵਾਂਗੇ, ਐਦਾਂ ਦਾ ਹੀ ਪ੍ਰੋਗਰਾਮ ਉੱਥੇ ਕਰਾਂਗੇ ਸਾਰੇ। 20 ਨੂੰ ਫਿਰ ਅਸੀਂ ਗੁਰੂ ਪਾਤਸ਼ਾਹ ਦਾ ਗੁਰਪੁਰਬ ਹੈ, ਉਹਦੇ ਅਸੀਂ ਟਿੱਕਰੀ ਹੋਵਾਂਗੇ, ਉੱਥੇ ਸਟੇਜ ਤੇ ਕਰਾਂਗੇ ਪ੍ਰੋਗਰਾਮ। 21 ਨੂੰ ਫਿਰ ਅਸੀਂ ਸ਼ਾਹਜਹਾਂਪੁਰ ਜਾਵਾਂਗੇ, ਉੱਥੇ ਕਰਾਂਗੇ। ਤਾਂ ਉਦੋਂ ਬਾਅਦ ਸਾਡੀ ਅੱਜ ਵੀ ਹੁਣ
ਸੰਗਤ ਦੇ ਵਿੱਚੋਂ ਲੋਕ ਉੱਠ ਕਹੀ ਜਾਂਦੇ ਸੀ ਪੁੱਤ ਇਹ ਤੁਸੀਂ ਅਗਲੇ ਹਫ਼ਤੇ ਵੀ ਕਰਿਓ, ਤਾਂ ਉਹ ਹੁਣ ਸਾਰੇ ਅਸੀਂ ਰਾਏ ਕਰ ਲਾਂਗੇ। ਜਿਵੇਂ ਪੀਰ ਬਾਬਾ ਬੁੱਧੂ ਸ਼ਾਹ ਟਰਸਟ ਹੈ ਨਾ, ਉਹ ਨਾਲ ਖੜੇ ਇਸ ਪ੍ਰੋਗਰਾਮ 'ਚ, ਤੇ ਆਪਣਾ ਸਰਤਾਜ ਇੰਡੀਆ ਫਾਊਂਡੇਸ਼ਨ ਹੈ, ਹਾਂ ਉਹ ਸਾਰੇ ਨਾਲ ਖੜੇ ਆ ਭਰਾ, ਜਿਵੇਂ ਉਹਨਾਂ ਨੇ ਬਹੁਤ ਯੋਗਦਾਨ ਪਾਇਆ ਇਹਦੇ ਪ੍ਰੋਗਰਾਮ ਦੇ ਵਿੱਚ। ਸਾਰੇ ਰਲ ਕੇ ਅਸੀਂ ਪਰਿਵਾਰ ਵਾਂਗੂ ਇੱਕ ਮੀਟਿੰਗ ਕਰ ਲਾਂਗੇ। ਸਾਨੂੰ ਲੱਗਦਾ ਹੈ ਕਿ ਸਾਡੀ ਸੰਗਤ ਦੀ ਸਾਡੀਆਂ ਸਾਰੀਆਂ ਪੀੜ੍ਹੀਆਂ ਦੀ ਮੰਗ ਹੈ, ਤਾਂ ਅਸੀਂ ਤਾਂ ਖੁਸ਼ ਹਾਂ ਇਸ ਵੇਲੇ ਤੋਂ ਜੇ ਸੰਗੀਤ ਜ਼ਰੀਏ ਅਸੀਂ ਆਹ ਗੱਲਾਂ ਕਹਿ ਸਕਦੇ ਹਾਂ, ਔਰ ਸਾਰੇ ਸੁਣਨ ਨੂੰ ਤਿਆਰ ਆ, ਜਿਹਦੀ ਅਪਰੋਚ ਵੀ ਨੈਸ਼ਨਲ ਨਹੀਂ ਇੰਟਰਨੈਸ਼ਨਲ ਹੈ ਤੁਹਾਡੇ ਚੈਨਲਾਂ ਥਰੂ, ਤਾਂ ਸਾਨੂੰ ਜ਼ਰੂਰ ਕਰਨੇ ਚਾਹੀਦੇ ਆ। ਫਿਰ ਅਸੀਂ ਅਗਲੀ ਵਾਰ ਜਿਵੇਂ ਕੁੰਡਲੀ ਵਾਲੀ ਇੱਕ ਇਧਰਲੀ ਸਟੇਜ ਆ ਉਹ 'ਤੇ ਕਰ ਲਾਂਗੇ, ਜਿਵੇਂ 20 ਨੂੰ ਉਗਰਾਹਾਂ ਵਾਲੀ ਸਟੇਜ 'ਤੇ ਆ ਟਿੱਕਰੀ, ਫਿਰ ਉੱਧਰ ਸਿੱਧੂਪੁਰ ਵਾਲੀ ਸਟੇਜ ਆ ਜਿਹੜੀ ਮੈਟਰੋ ਦੇ ਥੱਲੇ, ਉੱਥੇ ਕਰ ਲਾਂਗੇ। ਕੋਈ ਹੋਰ ਲੱਗਦਾ ਸਾਨੂੰ ਆਹ ਸਟੇਜ ਵੀ ਕਵਰ ਤਾਂ ਕਰ ਲਾਂਗੇ, ਬਿਲਕੁਲ ਕਰ ਲਾਂਗੇ। ਗੱਲਬਾਤ ਕਰਨ ਲਈ ਤੁਹਾਡਾ ਸ਼ੁਕਰੀਆ ਸਾਹਿਬ ਦਾ ਜੀ। ਸੋ ਇਹ ਸਨ ਸਾਡੇ ਪੰਜਾਬ ਦੀ ਆਨ ਬਾਨ ਤੇ ਸ਼ਾਨ ਕਲਾਕਾਰਾਂ ਦਾ ਕਹਿਣਾ ਹੈਗਾ ਕਿ ਇਹ ਅੰਦੋਲਨ ਦੀ ਜਿੱਤ ਹੋਏਗੀ, ਤਿੰਨੇ ਕਾਨੂੰਨ ਤਾਂ ਰੱਦ ਹੋਣਗੇ। ਨਾਲ ਹੀ ਇਸ ਤੋਂ ਬਾਅਦ ਵੱਡੇ ਬਦਲਾਅ ਨਜ਼ਰ ਆਉਣਗੇ ਸਿਆਸਤ ਦੇ ਵਿੱਚ, ਭਾਵੇਂ ਸਮਾਜ ਦੇ ਵਿੱਚ ਹੋਰ ਬਦਲਾਅ ਨਜ਼ਰ ਆਉਣਗੇ। ਜਿਹੜੀ ਕਰੂਤੀਆਂ ਹੈਗੀਆਂ ਨੇ ਉਹ ਵੀ ਜਿਹੜੇ ਇਹ ਅੰਦੋਲਨ ਦੂਰ ਕਰੂਗਾ। ਸਿੰਘੂ ਬਾਰਡਰ ਤੋਂ ਕੈਮਰਾਮੈਨ ਸ਼ੈਰੀ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰਦ TV।